ਕਾਂਸ਼ੀ ਟੀਵੀ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੀ ਵੱਲੋਂ ਪ੍ਰੇਮ ਭਰੀ ਨਮਸਕਾਰ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਪਿਆਰੇ ਦਰਸ਼ਕੋ, ਮੈਂ ਤੁਹਾਡਾ ਬਿਸ਼ਨ ਦਾਸ ਬੈਂਸ ਦੇਸ਼ ਪ੍ਰਦੇਸ਼ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ ਔਰ ਹਮੇਸ਼ਾ ਦੀ ਤਰ੍ਹਾਂ ਮੇਰੇ ਪਿਆਰੇ ਮਿੱਤਰ ਦਵਿੰਦਰ ਚੰਦਰ ਜੀ ਸਮਾਜ ਵੀਕਲੀ ਦੇ ਚੀਫ ਐਡੀਟਰ ਅੱਜ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਮੇਰਾ ਸਾਥ ਦੇਣਗੇ। ਦਵਿੰਦਰ ਜੀ, ਤੁਹਾਡਾ ਸਵਾਗਤ ਹੈ ਕਾਂਸ਼ੀ ਟੀਵੀ ਤੇ। ਥੈਂਕ ਯੂ ਵੈਰੀ ਮਚ ਜੀ, ਮਿਹਰਬਾਨੀ। ਪਿਆਰੇ ਦਰਸ਼ਕੋ, ਪਿਛਲੇ ਹਫ਼ਤੇ ਅਸੀਂ ਇੱਕ ਮੰਦਭਾਗੀ ਜੋ ਖਬਰ ਸੀਗੀ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਸੀ। ਉਹ ਸੀ ਕਿ ਕਾਮਰੇਡ ਮੋਹਨ ਲਾਲ ਬੰਡਾਲਵੀ ਜੋ ਸਨ ਉਹ ਪਿਛਲੇ ਵੀਰਵਾਰ ਨੂੰ ਯਾਨੀ ਕਿ 10 ਤਰੀਕ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਸੀਗਾ। ਆਪਣੀ ਜੀਵਨ ਸਫ਼ਰ ਕਰਕੇ ਇਸ ਦੁਨੀਆ ਦੇ ਵਿੱਚੋਂ ਉਹ ਸਾਨੂੰ ਅਲਵਿਦਾ ਕਹਿ ਗਿਆ ਸੀ। ਬੜਾ ਅਫਸੋਸ ਜ਼ਾਹਰ ਕੀਤਾ ਸੀ ਵੀ ਤੁਸੀਂ ਵੀ ਆਪਾਂ ਰਲ ਕੇ, ਔਰ ਅੱਜ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਾਂਗੇ ਔਰ ਜੋ ਪ੍ਰੋਗਰਾਮ ਹੈਗਾ ਉਹਦੇ ਬਾਰੇ ਵੀ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ। ਹਾਂਜੀ ਦਵਿੰਦਰ ਜੀ। ਹਾਂਜੀ, ਥੈਂਕ ਯੂ ਵੈਰੀ ਮਚ। ਬਿਲਕੁਲ ਇਹ ਬਹੁਤ ਅਫਸੋਸ ਵਾਲੀ ਗੱਲ ਹੈ ਕਿ ਉਹਨਾਂ ਦਾ ਜਿਹੜਾ ਚਲੇ ਜਾਣਾ ਜੀ ਕਰਕੇ ਬਹੁਤ ਸਾਰੇ ਸਾਥੀ ਜਿਹੜੇ ਉਹਨਾਂ ਨੂੰ ਜਾਣਦੇ ਸੀ, ਮੇਰੇ ਵੀ ਜਾਣਕਾਰ ਆ। ਹਾਂਜੀ, ਮੈਨੂੰ ਵੀ ਜਾਣਦੇ ਆ ਔਰ ਬਹੁਤ ਸਾਰੇ ਸਾਥੀਆਂ ਦੇ ਮੈਨੂੰ ਖੁਦ ਵੀ ਟੈਲੀਫੋਨ ਆਏ ਜੀ ਔਰ ਇਹ ਵੀ ਉਹਨਾਂ ਨੇ ਕਿਹਾ ਵੀ ਚੰਗਾ ਕੀਤਾ ਤੁਸੀਂ ਦੱਸ ਦਿੱਤਾ, ਨਹੀਂ ਤਾਂ ਕਈ ਵਾਰੀ ਆ ਲਾਕਡਾਊਨ ਵਗੈਰਾ ਦੇ ਚੱਕਰ ਦੇ ਵਿੱਚ ਆ ਕੇ ਨਾ ਕਈ ਵਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਲੋਕਾਂ ਤੱਕ ਪਹੁੰਚਦੀ ਵੀ ਨਹੀਂ ਹੈ। ਬਿਲਕੁਲ ਬਿਲਕੁਲ। ਬਾਕੀ ਤੱਕ ਜਿੱਥੇ ਤੱਕ ਗੱਲ ਹੈਗੀ ਆਪਣੇ ਕਾਮਰੇਡ ਮੋਹਨ ਲਾਲ ਜੀ ਗਰੇਵਾਲ, ਹਾਂਜੀ, ਬਹੁਤ ਵਧੀਆ ਇਨਸਾਨ ਸੀ ਜੀ। ਉਹਨਾਂ ਨੇ ਲੋਕਾਂ ਲਈ ਬਹੁਤ ਕੰਮ ਕੀਤਾ, ਲੋਕਾਂ ਦੇ ਵਿੱਚ ਵਿਚਰਦੇ ਸੀ ਔਰ ਹਰ ਕਮਿਊਨਿਟੀ ਦੇ ਵਿੱਚ ਵਿਚਰਦੇ ਸੀ। ਬਿਲਕੁਲ ਬਿਲਕੁਲ, ਹਾਂਜੀ ਹਾਂ। ਨਹੀਂ ਅਤੇ ਬਾਕੀ ਜਿਹੜੇ ਬੰਦੇ ਜਦੋਂ ਉਹ ਚਲੇ ਜਾਂਦੇ ਆ ਉਹਨਾਂ ਦੀ ਘਾਟਾ ਨਹੀਂ ਕਦੀ ਪੂਰਾ ਹੁੰਦਾ। ਬਿਲਕੁਲ ਕਿ ਬੰਦੇ ਦੀ ਤਾਂ ਲੋੜ ਹਮੇਸ਼ਾ ਹੀ ਬਣੀ ਰਹਿੰਦੀ ਆ। ਹਾਂਜੀ, ਔਰ ਖਾਸ ਕਰਕੇ ਜਿਹੜੇ ਸਧਾਰਨ ਵਿਅਕਤੀ ਹੁੰਦੇ ਆ ਉਹਨਾਂ ਤੋਂ ਪਰਿਵਾਰ ਨੂੰ ਜਾਂ ਨੇੜੇ ਦੇ ਰਿਸ਼ਤੇਦਾਰਾਂ ਨੂੰ ਫਰਕ ਪੈਂਦਾ, ਜ਼ਿਆਦਾ ਇਫੈਕਟ ਕਰਦਾ। ਔਰ ਜਿਹੜੇ ਲੋਕ ਪਬਲਿਕ ਦੇ ਵਿੱਚ ਵਿਚਰਨ ਵਾਲੇ ਹੁੰਦੇ ਹੈਗੇ ਉਹ ਮਤਲਬ ਕਮਿਊਨਿਟੀ ਨੂੰ ਵੀ ਲੋਕਾਂ ਨੂੰ ਵੀ ਉਹਨਾਂ 'ਤੇ ਵੀ ਅਸਰ ਕਰਦੀ ਚੀਜ਼। ਉਹਨਾਂ ਦਾ ਜਿਹੜਾ ਵਿਛੜ ਜਾਣਾ ਬਿਲਕੁਲ ਉਹ ਇੱਕ ਜਗ੍ਹਾ ਖਾਲੀ ਹੋ ਜਾਂਦੀ ਹੈ ਜਿਹਨੂੰ ਕਿ ਭਰਨਾ ਮੁਸ਼ਕਿਲ ਹੁੰਦਾ ਹੈਗਾ। ਬਿਲਕੁਲ। ਸੋ ਫਿਰ ਵੀ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਬਹੁਤ ਬਹੁਤ ਸ਼ਰਧਾਂਜਲੀ ਭੇਂਟ ਕਰਦੇ ਹਾਂ ਜੀ ਅਤੇ ਅਸੀਂ ਪਰਿਵਾਰ ਦੇ ਨਾਲ ਉਹਨਾਂ ਦੀ ਦੁੱਖ ਸੁੱਖ 'ਚ ਸਹਾਈ ਹੁੰਦੇ ਹਾਂ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਜੈ ਭਾਰਤ ਜੀ। ਜੈ ਗੁਰਦੇਵ, ਬਾਬੂ ਵਿਸ਼ਨ ਦਾਸ ਤੇ ਦਵਿੰਦਰ ਜੀ। ਨਾਰ ਸਾਹਿਬ, ਤੁਹਾਡਾ ਸਵਾਗਤ ਹੈ ਕਾਂਸ਼ੀ ਟੀਵੀ ਤੇ। ਹੈਲੋ। ਹਾਂਜੀ ਹਾਂਜੀ, ਨਾਰ ਸਾਹਿਬ ਤੁਹਾਡਾ ਸਵਾਗਤ ਹੈ ਕਾਂਸ਼ੀ ਟੀਵੀ ਤੇ। ਹਾਂਜੀ, ਮੈਂ ਮੋਹਨ ਲਾਲ ਜੀ ਬਾਰੇ ਦੱਸਣਾ ਚਾਹੁੰਦਾ ਹਾਂ ਜੀ ਕਿ ਸਾਰੀ ਦੋ ਤਰਫ ਅੱਜ ਵੀ ਸਾਰਾ ਦਿਨ ਇਹੀ ਗੱਲਬਾਤ ਚੱਲਦੀ ਰਹੀ ਆ। ਉਹਨਾਂ ਦਾ ਜਿਹੜਾ ਹੈ ਨਾ ਫਿਊਨਰਲ ਦੀ ਡੇਟ ਹੈਗੀ 22 ਜੀ 8:30 ਵਜੇ ਰਵਿਦਾਸ ਗੁਰਦੁਆਰੇ ਜਾਣੀ ਆ ਜਿਹੜਾ ਸ਼ੋਰ ਰੋਡ ਤੇ ਆ। ਇਹ ਨਾਰ ਸਾਹਿਬ, ਉਹ ਸਾਡੇ ਕੋਲ ਸਾਰਾ ਹੀ ਪ੍ਰੋਗਰਾਮ ਹੈ, ਤੁਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਵਿੱਚ ਜੋ ਕੁਝ ਕਹਿਣਾ ਉਹ ਦੱਸਿਓ, ਅਸੀਂ ਦੱਸਦੇ ਹਾਂ। ਮੈਂ ਕਿਹਾ ਕੰਮ ਹੀ ਦੱਸ ਦਿਓ, ਕਈਆਂ ਨੂੰ ਟਾਈਮ ਦਾ ਨਹੀਂ ਪਤਾ, ਜੇ ਜਾਣਾ ਹੋਵੇ ਜਾ ਸਕਦਾ ਆ। ਹਾਂਜੀ ਹਾਂਜੀ, ਉਹ ਅਸੀਂ ਦੱਸ ਦਿਆਂਗੇ, ਦੱਸਦੇ ਹਾਂ। ਵੈਰੀ ਗੁੱਡ। ਮੈਂ ਮੋਹਨ ਲਾਲ ਜੀ ਨੂੰ ਬੜੇ ਕਮ ਸੇ ਕਮ ਅਸੀਂ ਮੈਂ ਬਹੁਤ ਵਿਸ਼ਨਾ ਜੀ ਬੜੀ ਦੇਰ ਤੋਂ ਜਾਣਦੇ ਆ ਜੀ। ਉਹਨਾਂ ਨੂੰ ਸ਼ਰਧਾਂਜਲੀ ਪੇਸ਼ ਸਾਰੇ ਪਰਿਵਾਰ ਵੱਲੋਂ ਕਰਦੇ, ਸਮਾਜ ਵੱਲੋਂ ਕਰਦੇ ਹੈ ਜੀ ਜੀ। ਉਹਨਾਂ ਨੇ ਸਮਾਜ ਨੇ ਉਹਨਾਂ ਪਿਤਾ ਨੇ ਬੜਾ ਕੰਮ ਕੀਤਾ ਆ ਜੀ, ਉਹ ਵੀ ਆਪਾਂ ਸਾਰੇ ਹੀ ਜਾਣਦੇ ਆ ਜੀ। ਕਿਉਂਕਿ ਆ ਧਰਮ ਤੋਂ ਲਾਸਟ ਉਹਨੇ ਪਿਤਾ ਜੀ ਨੇ ਬਹੁ ਮੰਗੂ ਰਾਮ ਦੇ ਨਾਲ ਜੋ ਬਾਬਾ ਸਾਹਿਬ 1952 ਦੇ ਵਿੱਚ ਆਪਾਂ ਪੰਜਾਬ ਆਏ ਉਦੋਂ ਵੀ ਉਹ ਨਾਲ ਸਨ। ਸਾਡੇ ਕੋਲ ਕਾਫੀ ਤੋਂ ਕੰਮ ਕੀਤਾ ਆ। ਇਸ ਲਈ ਸਾਰਾ ਪਰਿਵਾਰ ਸਾਡੀ ਕੋਲ ਸਾਰਾ ਸਮਾਜ ਜਿਹੜਾ ਬਾਲਵੀਰ ਸਮਾਜ ਨੂੰ ਸ਼ਰਧਾਂਜਲੀ ਦੇ ਰਿਹਾ। ਅੱਜ ਦੇ ਸਮੇਂ ਦੇ ਮੁਤਾਬਕ ਕੱਲ੍ਹ ਦਾ ਜੋਗੀ ਜੀ ਗਰੇਵਾਲ ਜੀ ਜਿਹੜੇ ਵੀ ਉਹਨਾਂ ਦੇ ਫੋਨ ਆਇਆ ਸੀ ਮੈਨੂੰ ਸਵੇਰੇ, ਕੱਲ੍ਹ ਹੋਰ ਤਰ੍ਹਾਂ ਕਹਿੰਦੇ ਸੀ, ਅੱਜ ਉਹਨਾਂ ਚੀਜ਼ ਹੋਰ ਤਰ੍ਹਾਂ ਬਦਲ ਗਈ ਆ। ਉਹ ਤੁਹਾਨੂੰ ਪਤਾ ਹੋਣਾ, ਉਹ ਤੁਸੀਂ ਆਪ ਸਾਰੇ ਜਾਣਦੇ ਹੋ, ਉਹ ਤੁਸੀਂ ਸਾਰੇ ਦੱਸ ਸਕਦੇ ਹੋ ਕਿਉਂਕਿ ਹੋਰ ਵੀ ਅੱਜ ਕਾਲਰ ਜ਼ਿਆਦਾ ਹੋਣੇ ਆ। ਮੈਂ ਉਹਨੂੰ ਸ਼ਰਧਾਂਜਲੀ ਪੇਸ਼ ਕਰਦਾ ਹੋਇਆ ਮੈਂ ਬਹੁਤ ਵਿਸ਼ੇ ਦਾ ਦਵਿੰਦਰ ਜੀ ਦਾ ਬੜਾ ਧੰਨਵਾਦ ਕਰਦਾ ਹਾਂ ਕਿ ਟਾਈਮ ਬੜਾ ਥੋੜਾ ਹੋਣਾ, ਹੋਰ ਵੀ ਕਾਲਰ ਨੇ ਬੋਲਣਾ ਹੋਣਾ। ਮੇਰੀ ਵੱਲੋਂ ਬਹੁਤ ਬਹੁਤ ਸ਼ਰਧਾਂਜਲੀ, ਆਪਦੇ ਟਾਈਮ ਦੇਣ ਦਾ ਬਹੁਤ ਧੰਨਵਾਦ। ਕਾਸ਼ੀ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ। थैंक यू जी, थैंक यू जी नार साहब। आज हम हैं, कल हमारी यादें होगी, जब हम ना होंगे तब हमारी बातें होगी। कभी पलटेंगे जीवन दे ये पन्ने जो शायद आपकी आँखों में भी बरसातें होगी। सो प्यारे दर्शकों, अज असी कामरेड मोहन लाल
ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ। ਸਾਰਾ ਪ੍ਰੋਗਰਾਮ ਜਿਹੜਾ ਹੈਗਾ 1 ਘੰਟੇ ਦਾ ਜਾਂ 50 ਮਿੰਟ ਦਾ ਉਹ ਅਸੀਂ ਉਹਨਾਂ ਨੂੰ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਅਰਪਣ ਕਰ ਰਹੇ ਹਾਂ। ਔਰ ਨਾਲ ਹੀ ਮੈਂ ਕਾਸ਼ੀ ਟੀਵੀ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦੀ ਹਾਂ ਤੁਹਾਡੇ ਬਿਹਾਫ 'ਤੇ ਕਿ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਨ ਲਈ ਉਹਨਾਂ ਨੇ ਖੁੱਲ੍ਹੀ ਇਜਾਜ਼ਤ ਦਿੱਤੀ ਹੈ। ਔਰ ਚੇਅਰਮੈਨ ਬੰਗਾ ਸਾਹਿਬ ਉਹਨਾਂ ਦੇ ਨਾਲ ਮੇਰੀ ਹੁਣੇ ਹੀ ਗੱਲਬਾਤ ਹੋਈ ਆ ਪ੍ਰੋਗਰਾਮ ਤੋਂ ਪਹਿਲਾਂ। ਬਹੁਤ ਖੁਸ਼ ਆ, ਉਹ ਕਹਿੰਦੇ ਕਿ ਪ੍ਰੋਗਰਾਮ ਕਰੋ। ਸੋ ਪਿਆਰੇ ਦਰਸ਼ਕੋ, ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਕਾਮਰੇਡ ਹੁਣਾਂ ਬਾਰੇ ਮੈਂ ਪਿਛਲੇ ਹਫ਼ਤੇ ਵੀ ਪਿਆਰੇ ਦਰਸ਼ਕੋ ਦੱਸਿਆ ਸੀਗਾ ਕਿ ਮੈਂ ਕਾਫੀ ਸਾਲਾਂ ਤੋਂ ਉਹਨਾਂ ਨੂੰ ਜਾਣਦਾ ਹਾਂ ਪਰਸਨਲੀ। ਮੈਂ ਵੀ 1963 ਵਿੱਚ ਆਇਆ ਸੀ ਔਰ ਕਾਮਰੇਡ ਜੀ ਇਹ ਵੀ 63 ਵਿੱਚ ਆਏ ਸੀ। ਔਰ ਤਕਰੀਬਨ 4-5 ਸਾਲ ਬਾਅਦ ਆਉਣ ਤੋਂ ਬਾਅਦ ਸਾਡਾ ਇੱਕ ਦੂਜੇ ਨਾਲ ਪਬਲਿਕਲੀ ਜੇ ਅਸੀਂ ਘੁੰਮਦੇ ਫਿਰਦੇ ਸੀ, ਲੋਕਾਂ 'ਚ ਕੰਮ ਕਰਦੇ ਸੀਗੇ, ਅਤੇ ਇੱਕ ਦੂਜੇ ਦੇ ਨਾਲ ਸਾਡੀ ਮੁਲਾਕਾਤ ਹੋ ਗਈ। ਔਰ ਮੁਲਾਕਾਤ ਹੋਣ ਤੋਂ ਬਾਅਦ ਇਹ ਆ ਕਿ ਪਬਲਿਕ ਦੇ ਵਿੱਚ ਉਸ ਟਾਈਮ 'ਤੇ ਲੋਕਾਂ ਨੂੰ ਬਹੁਤ ਚੀਜ਼ਾਂ ਦੀ ਜ਼ਰੂਰਤ ਸੀ। ਜਿਹੜਾ ਇੱਥੇ ਦਾ ਕਾਲੇ ਗੋਰੇ ਦਾ ਕਾਨੂੰਨ ਸੀਗਾ, ਸ਼ਹਿਰੀਅਤ ਦਾ ਕਾਨੂੰਨ ਸੀਗਾ, ਇਮੀਗ੍ਰੇਸ਼ਨ ਦੇ ਕਾਨੂੰਨ ਸੀਗੇ, ਉਹਨਾਂ ਦੇ ਖਿਲਾਫ ਵੀ ਅਸੀਂ ਜਦੋਜਹਿਦ ਕਰਦੇ ਰਹੇ ਹਾਂ। ਕਾਲੇ ਗੋਰੇ ਦੀ ਨਫ਼ਰਤ ਬਹੁਤ ਸੀਗੀ। ਔਰ ਇਸ ਦੇ ਨਾਲ ਨਾਲ ਹੀ ਇੰਡੀਆ ਦੇ ਵਿੱਚ ਬਹੁਤ ਕੁਛ ਤਸ਼ੱਦਦ ਹੁੰਦੇ ਸਨ, ਜਿਸ ਤਰ੍ਹਾਂ ਅੱਜ ਵੀ ਹੈਗੇ ਆ, ਕਦੀ ਘਟੇ ਨਹੀਂ ਹੈ। ਔਰ ਇੰਡੀਆ ਦੇ ਵਿੱਚ ਵੀ ਜਿਹੜੇ ਦਬੇ ਕੁਚਲੇ ਲੋਕ ਹੈਗੇ ਉਹਨਾਂ ਦੇ ਉੱਤੇ ਬੜੇ ਜ਼ੁਲਮ ਸਿਤਮ ਉਸ ਟਾਈਮ 'ਤੇ ਵੀ ਹੁੰਦੇ ਸੀ, ਅੱਜ ਵੀ ਹੋ ਰਹੇ ਆ। ਅਸੀਂ ਰਲ ਕੇ ਉਹਨਾਂ ਦੇ ਮਤਲਬ ਜ਼ੁਲਮਾਂ ਦੇ ਖਿਲਾਫ ਆਵਾਜ਼ ਉਠਾਉਂਦੇ ਰਹੇ ਹਾਂ। ਔਰ ਮੋਹਨ ਲਾਲ ਜੀ ਕਾਫੀ ਦੇਰ ਉਹ ਤਕਰੀਬਨ ਇੱਕ ਅਸੀਂ ਗਰੁੱਪ ਬਣਾਇਆ ਸੀਗਾ, ਇੰਡੀਅਨ ਰਿਪਬਲਿਕਨ ਗਰੁੱਪ। ਮੈਂ ਤੁਹਾਨੂੰ ਪਿਛਲੇ ਹਫ਼ਤੇ ਵੀ ਦੱਸਿਆ ਸੀਗਾ, ਉਹਦੇ ਮੈਂਬਰ ਵੀ ਰਹੇ ਔਰ ਉਹਨਾਂ ਨੇ ਕੰਮ ਵੀ ਕੀਤਾ। ਔਰ ਬਰਮਿੰਘਮ ਦੇ ਵਿੱਚ ਮੈਂ ਤੁਹਾਨੂੰ ਪਿਆਰੇ ਦਰਸ਼ਕੋ ਰਿਮਾਈਂਡ ਦਿਵਾਉਣਾ ਚਾਹੁੰਦਾ, ਬਹੁਤ ਸਾਰੇ ਸਾਥੀ ਸਨ, ਖਾਸ ਤੌਰ 'ਤੇ ਅਰਜਨ ਦਾਸ ਕਟਾਰੀਆ, ਖੁਸ਼ੀ ਰਾਮ ਝੁੰਮਟ ਔਰ ਦਰਸ਼ਨ ਸਰਾਲੀ, ਕਾਲੂ ਰਾਮ, ਇੱਕ ਬਾਬਾ ਬਰਿਆਮ ਸਿੰਘ ਹੁੰਦਾ ਸੀਗਾ, ਧਰਮਵੀਰ, ਰਾਮ ਲਾਲ ਸੱਭਰਵਾਲ। ਔਰ ਇਹੋ ਜਿਹੇ ਲੋਕ ਜਿਹੜੇ ਉਸ ਟਾਈਮ ਦੇ ਉੱਤੇ ਉਹ ਇੱਦਾਂ ਵੀ ਬਹੁਤ ਆਪਣੇ ਆਪ ਦੇ ਵਿੱਚ ਸੀਗੇ ਵੀ ਅਸੀਂ ਜਿਸ ਤਰ੍ਹਾਂ ਮਰਨ ਮਾਰਨ ਦੀ ਗੱਲ ਹੁੰਦੀ ਵੀ ਇੰਡੀਆ ਦੇ ਵਿੱਚ ਕੁਝ ਹੋ ਗਿਆ ਤਾਂ ਅਸੀਂ ਕਰਨਾ ਹੈਗਾ। ਹਾਂਜੀ, ਬਹੁਤ ਉਹਨਾਂ ਦੇ ਦਿਲ ਦੇ ਉੱਤੇ ਸੀਗੀ। ਔਰ ਮੋਹਨ ਲਾਲ ਹੁਣੀ ਇੱਦਾਂ ਵੀ ਲਿਖਾਰੀ ਵੀ ਸੀਗੇ ਔਰ ਬੋਲਣ ਦੇ ਵੀ ਉਹ ਬੜੇ ਮਾਹਰ ਸਨ ਇੰਡੀਆ ਤੋਂ ਹੀ। ਤਾਂ ਉਹ ਇਹ ਆ ਕਿ ਸਟੇਜ ਦੇ ਉੱਤੇ ਲੋਕਾਂ ਨੂੰ ਬੋਲ ਕੇ ਕਾਇਲ ਕਰ ਦਿੰਦੇ ਸਨ। ਸੋ ਪਿਆਰੇ ਦਰਸ਼ਕੋ, ਇਹ ਉਹਨਾਂ ਦੀ ਪਬਲਿਕ ਲਾਈਫ ਸੀ, ਪਰ ਉਹਨਾਂ ਨੇ ਕਈ ਦੂਸਰੇ ਜਿਹੜੀ ਰੋਜੀ ਰੋਟੀ ਕਮਾਉਣ ਦਾ ਸੀਗਾ ਕੰਮ, ਪਿਛਲੇ ਹਫ਼ਤੇ ਮੈਂ ਦੱਸਿਆ ਸੀਗਾ ਕਿ ਸਾਡੇ ਉੱਥੇ ਵੁਲਵਰਹੈਂਪਟਨ ਦੇ ਵਿੱਚ ਇੱਕ ਹੱਕ ਸੈਂਟਰ ਸੀਗਾ 82 ਦੇ ਵਿੱਚ ਖੋਲ੍ਹਿਆ ਸੀ, ਜਿਹਨੂੰ ਕਹਿੰਦੇ ਕਿ ਵੈਲਫੇਅਰ ਐਡਵਾਈਸ ਸੈਂਟਰ। 10-12 ਸਾਲ ਉਹਨਾਂ ਨੇ ਉੱਥੇ ਕੰਮ ਕੀਤਾ। ਇੱਕ ਏਕਤਾ ਸੈਂਟਰ ਸੀਗਾ, ਏਸ਼ੀਅਨ ਬਿਰਧਾਂ ਦਾ ਜਿਹੜਾ ਸੀਗਾ ਓਲਡ ਏਜ ਪੀਪਲ, ਉਹਨਾਂ ਦਾ ਡੇ ਸੈਂਟਰ ਸੀਗਾ ਔਰ ਉਹ ਵੀ ਉਹਨਾਂ ਨੇ ਮੈਨੇਜ ਕੀਤਾ 5-6 ਸਾਲ। ਔਰ ਉਸ ਤੋਂ ਪਹਿਲਾਂ ਵੀ ਮੈਨੂੰ ਪਤਾ ਉਹਨਾਂ ਨੇ ਬਰਮਿੰਘਮ ਲਾਅ ਸੈਂਟਰ 'ਚ ਕੰਮ ਕੀਤਾ। ਸੋ ਅਸੀਂ ਇਹ ਆ ਕਿ ਜਿਹੜੀ ਸਾਡੀ ਪਰਸਨਲ ਲਾਈਫ ਸੀਗੀ, ਰੋਜੀ ਰੋਟੀ ਦੀ ਗੱਲ ਸੀਗੀ, ਉਹ ਇੱਕ ਪਾਸੇ ਸੀ, ਪਰ ਜਿਹੜੀ ਪਬਲਿਕ ਲਾਈਫ ਸੀਗੀ ਪਿਆਰੇ ਦਰਸ਼ਕੋ, ਉਹਦੇ ਵਿੱਚ ਕਾਫੀ ਅਸੀਂ ਜਦੋਜਹਿਦ ਕੀਤੀ। ਲੰਡਨ ਕਈ ਦਫਾ ਇਹ ਆ ਕਿ ਮੁਜ਼ਾਹਰਿਆਂ ਦੇ ਉੱਤੇ ਇੱਥੇ ਕਾਨਫਰੰਸਾਂ ਕਰ ਕਰਕੇ। ਸੋ ਇੱਕ ਮੈਂ ਕਹਿ ਸਕਦਾ ਕਿ ਕਾਮਰੇਡ ਮੋਹਨ ਲਾਲ ਜੀ ਇੱਕ ਅਥੱਕ, ਜਿਹੜੇ ਕਹਿੰਦੇ ਨਾ ਥੱਕਣ ਵਾਲੇ, ਇਹ ਇੱਕ ਪਬਲਿਕ ਵਰਕਰ ਸਨ, ਜਿਹੜੇ ਵੀ ਮਤਲਬ ਇਸ਼ੂ 'ਤੇ ਉਹਨਾਂ ਨੂੰ ਕਹਿ ਦਿਓ ਉਹ ਬੋਲੂਗੇ ਔਰ ਡਟ ਕੇ ਬੋਲੂਗੇ। ਔਰ ਉਹਨਾਂ ਦੀ ਆਪਣੇ ਆਪ 'ਤੇ ਇੰਨਾ ਵਿਸ਼ਵਾਸ ਹੁੰਦਾ ਸੀਗਾ ਕਿ ਤੁਹਾਨੂੰ ਉਹਦੇ ਚਿਹਰੇ ਤੋਂ, ਉਹਨਾਂ ਦੀ ਜ਼ੁਬਾਨ ਤੋਂ ਦਿਸ ਪੈਂਦਾ ਸੀਗਾ, ਕੌਨਫੀਡੈਂਸ ਹੁੰਦਾ ਸੀਗਾ। ਹੁਣ ਪਿਆਰੇ ਦਰਸ਼ਕੋ, ਲਾਸਟ ਵੀਕ ਉਹਨਾਂ ਦਾ ਦੇਹਾਂਤ ਹੋ ਗਿਆ, ਬੜਾ ਦੁੱਖ ਹੈਗਾ। ਪਰਿਵਾਰ ਦੇ ਨਾਲ ਵੀ ਅਸੀਂ ਦੁੱਖ ਸਾਂਝਾ ਕਰਦੇ ਹਾਂ ਔਰ ਅਗਲੇ ਹਫ਼ਤੇ ਉਹਨਾਂ ਦੀ ਆਖਰੀ ਅਲਵਿਦਾ ਹੋ ਰਹੀ ਆ। ਦਵਿੰਦਰ ਜੀ, ਥੋੜ੍ਹਾ ਜਿਹਾ ਤੁਸੀਂ ਅਲਵਿਦਾ ਦਾ ਟਾਈਮ ਟੇਬਲ ਦੱਸਿਓ ਪਿਆਰੇ ਦਰਸ਼ਕੋ। ਜਿਹਨੂੰ ਨਹੀਂ ਪਤਾ ਹੈਗਾ ਪਲੀਜ਼, ਸਕਰੀਨ ਦੇ ਉੱਤੇ ਵੀ ਆ ਰਿਹਾ ਹੈਗਾ ਟਾਈਮ ਟੇਬਲ, ਔਰ ਤੁਸੀਂ ਮੇਰੇ ਸਾਥੀ ਦਵਿੰਦਰ ਉਹਨਾਂ ਤੋਂ ਵੀ ਸੁਣ ਲਓ। ਨਾਰ ਸਾਹਿਬ ਹੁਣੀ ਵੀ ਦੱਸਣ ਲੱਗੇ ਸੀਗੇ, ਪਰ ਆਪਣੇ ਕੋਲ ਜਿਹੜੀ ਇਨਫੋਰਮੇਸ਼ਨ ਪਰਿਵਾਰ ਵੱਲੋਂ ਆਈ ਹੈਗੀ ਆ, ਆਪਾਂ ਉਹ ਸਾਂਝੀ ਕਰਦੇ ਹਾਂ ਕਿ ਮੋਹਨ ਲਾਲ ਗਰੇਵਾਲ ਜੀ, ਉਹਨਾਂ ਦਾ ਜਿਹੜਾ ਫਿਊਨਰਲ ਅਰੇਂਜਮੈਂਟਸ ਹੈਗੇ ਆ ਮੰਗਲਵਾਰ ਟਿਊਜ਼ਡੇ ਵਾਲੇ ਦਿਨ 22 ਜੂਨ ਨੂੰ ਆ ਜੀ। 22 ਜੂਨ ਜਿਹੜਾ ਕਿ ਨੈਕਸਟ ਵੀਕ ਹੈ, ਮੰਗਲਵਾਰ ਹੈਗਾ। ਔਰ ਜਿਹੜੀ ਉਹਨਾਂ ਦੀ ਅੰਤਿਮ ਦਰਸ਼ਨ ਵਾਸਤੇ ਜਿਹੜੀ ਉਹਨਾਂ ਦਾ
ਪਾਰਥੀ ਸਰੀਰ ਜਿਹੜਾ ਹੈਗਾ ਹਾਂਜੀ ਉਹ 9 ਵਜੇ 9 ਤੋਂ 9:30 ਵਜੇ ਤੱਕ ਸ਼੍ਰੀ ਗੁਰੂ ਰਵਿਦਾਸ ਭਵਨ 1 ਯੂਨੀਅਨ ਰੋ ਹੈਂਡਸਵਰਥ ਦੇ ਵਿੱਚ ਉੱਥੇ ਹੋਊਗਾ। ਔਰ ਸਾਰੇ ਲੋਕਾਂ ਨੂੰ ਮਤਲਬ ਇਹ ਇਨਫੋਰਮੇਸ਼ਨ ਦਿੰਦੇ ਕਿ ਜਿਹੜੇ ਵੀ ਸਾਥੀ ਉਹਨਾਂ ਦੇ ਅੰਤਿਮ ਦਰਸ਼ਨ ਕਰਨੇ ਚਾਹੁੰਦੇ ਆ ਉਹ ਗੁਰੂ ਰਵਿਦਾਸ ਭਵਨ ਸ਼੍ਰੀ ਗੁਰੂ ਰਵਿਦਾਸ ਭਵਨ 1 ਯੂਨੀਅਨ ਰੋ ਹੈਂਡਸਵਰਥ ਵਿੱਚ 9 ਤੋਂ 9:30 ਵਜੇ ਤੱਕ ਉੱਥੇ ਪਹੁੰਚ ਕੇ ਦਰਸ਼ਨ ਕਰ ਸਕਦੇ ਹੈਗੇ। ਔਰ ਉਸ ਤੋਂ ਬਾਅਦ ਜਿਹੜਾ ਹੈਗਾ ਆ ਕ੍ਰੈਮੇਟੋਰੀਅਮ ਸਰਵਿਸ, ਜਿਹੜੀ ਕ੍ਰੈਮੇਟੋਰੀਅਮ ਦਾ ਪ੍ਰੋਗਰਾਮ ਹੈਗਾ ਉਹ 10 ਵਜੇ ਹੈਗਾ। ਸੈਂਡਵੈਲ ਵੈਲੀ ਕ੍ਰੈਮੇਟੋਰੀਅਮ ਜਿਹੜਾ ਹੈ ਜਿਹੜਾ ਕਿ ਨਿਊਟਨ ਰੋਡ ਵੈਸਟਰੋਮ ਦੇ ਵਿੱਚ ਹੈਗਾ। ਔਰ ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਹੈਗਾ ਉਹ 10 ਵਜੇ ਗੁਰੂ ਰਵਿਦਾਸ ਭਵਨ ਆਪਣੇ 1 ਯੂਨੀਅਨ ਰੋਡ 'ਤੇ ਵਾਪਸ ਹੈ। ਸੋ ਉੱਥੇ ਜਿਹੜਾ ਪ੍ਰੋਗਰਾਮ ਹੈਗਾ 11 ਵਜੇ ਸਹਿਜ ਪਾਠ ਦਾ ਭੋਗ ਪਾਇਆ ਜਾਊਗਾ, ਕੀਰਤਨ ਔਰ ਗੁਰੂ ਕਾ ਲੰਗਰ ਵਗੈਰਾ ਉਹ ਉੱਥੇ ਹੋਏਗਾ ਸਾਰਾ ਪ੍ਰੋਗਰਾਮ। ਸੋ ਇਹ ਜਾਣਕਾਰੀ ਸੀਗੀ ਜਿਹੜੀ ਸਾਂਝੀ ਕਰਨਾ ਚਾਹੁੰਦਾ ਸੀ। ਪਿਆਰੇ ਦਰਸ਼ਕੋ, ਨਾਲ ਹੀ ਇੱਕ ਗੱਲ ਯਾਦ ਜ਼ਰੂਰ ਰੱਖਿਓ ਕਿ ਜਿਹੜੀ ਮਹਾਂਮਾਰੀ ਚੱਲ ਰਹੀ ਆ ਉਹਦੇ ਵਿੱਚ ਜਿਹੜੀ ਗੈਦਰਿੰਗ ਹੈਗੀ ਆ, ਪਬਲਿਕ ਦੀ ਗੈਦਰਿੰਗ, ਕਿਸੇ ਤਰ੍ਹਾਂ ਵੀ ਵਿਆਹ ਸ਼ਾਦੀ ਹੋਵੇ ਜਾਂ ਇਹੋ ਜਿਹਾ ਹੋਵੇ, ਮਾਤਮ ਦਾ ਟਾਈਮ ਹੋਵੇ ਜਾਂ ਕਿਸ ਤਰ੍ਹਾਂ ਵੀ ਆ, ਉਹਦੀ ਬਹੁਤ ਲਿਮਿਟ ਹੈਗੀ ਹੈ। ਮੇਰਾ ਖਿਆਲ 30% ਹੈਗੀ ਆ ਉਹ ਗੁਰਦੁਆਰੇ ਜਾਂ ਕ੍ਰੈਮੇਟੋਰੀਅਮ। ਔਰ ਪਰਿਵਾਰ ਵੱਲੋਂ ਇਹ ਬੇਨਤੀ ਹੈਗੀ ਆ ਕਿ ਤੁਸੀਂ ਘਰ ਬੈਠੇ ਹੀ ਉਹਨਾਂ ਨੂੰ ਯਾਦ ਕਰ ਲਓ ਉਸ ਟਾਈਮ ਦੇ ਉੱਤੇ। ਇਹ ਬਹੁਤ ਅੱਛੀ ਗੱਲ ਹੈਗੀ ਆ ਕਿਉਂਕਿ ਉੱਥੇ ਜਗ੍ਹਾ ਨਹੀਂ ਹੋਏਗੀ। ਉਹਨਾਂ ਨੇ ਤਕਰੀਬਨ ਖਾਸ ਜਿਹੜੇ ਬਿਲਕੁਲ ਫੈਮਿਲੀ ਦੇ ਮੈਂਬਰ ਹੀ ਤਕਰੀਬਨ 30 ਬੰਦੇ ਹੋ ਜਾਂਦੇ ਆ। ਔਰ ਇਸ ਕਰਕੇ ਉਹਨਾਂ ਨੇ ਬੇਨਤੀ ਕੀਤੀ ਆ ਕਿ ਪਲੀਜ਼ ਤੁਸੀਂ ਆਉਣ ਦੀ ਕੋਸ਼ਿਸ਼ ਨਾ ਕਰਿਓ। ਉਹਦੇ ਨਾਲ ਹੈ ਕਿ ਜਿਹੜਾ ਇਹ ਸਾਰਾ ਪ੍ਰੋਗਰਾਮ ਹੈਗਾ ਨਾ, ਜਿਹੜਾ ਆਪਣੇ ਕ੍ਰੈਮੇਟੋਰੀਅਮ ਦਾ ਪ੍ਰੋਗਰਾਮ ਹੈਗਾ ਔਰ ਹੋ ਸਕਦਾ ਆਪਣੇ ਗੁਰੂ ਘਰ ਦਾ ਵੀ ਪ੍ਰੋਗਰਾਮ ਜਿਹੜਾ ਹੈਗਾ ਉਹ ਵੈਬਸਾਈਟ ਦੇ ਉੱਤੇ ਵੀ ਦੇਖਿਆ ਜਾ ਸਕਦਾ। ਜਿੱਦਾਂ ਜ਼ੂਮ ਦੇ ਉੱਤੇ ਆਪਾਂ ਕਹਿੰਦੇ ਆ, ਉਹਦੇ ਵਿੱਚ ਇਨਫੋਰਮੇਸ਼ਨ ਦਿੱਤੀ ਆ। ਜਿਹੜਾ ਯੂਜ਼ਰ ਨੇਮ ਹੈਗਾ NIFE 5454 ਔਰ ਜਿਹੜਾ ਪਾਸਵਰਡ ਉਹਦੇ ਲਈ ਹੈਗਾ 631014। ਔਰ ਇਹ ਤੁਸੀਂ ਟੈਲੀਫੋਨ ਕਰਕੇ ਦੁਆਰਾ ਪਤਾ ਵੀ ਕਰ ਸਕਦੇ ਹੋ। ਔਰ ਤੁਸੀਂ ਜੇ ਨਹੀਂ ਆ ਸਕਦੇ, ਦੂਰ ਵੀ ਹੈਗੇ ਤੇ ਘਰ ਬੈਠੇ ਵੀ ਜਿਹੜੇ ਆਪਣੇ ਤੁਸੀਂ ਜਿਹੜੀ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰ ਸਕਦੇ ਹੋ। ਬਿਲਕੁਲ। ਸੋ ਇਹ ਜ਼ਰੂਰੀ ਆ ਕਿ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਕ੍ਰੈਮੇਟੋਰੀਅਮ 'ਤੇ ਸਿਰਫ 30 ਮੈਂਬਰ ਜਾ ਸਕਦੇ ਆ ਔਰ ਗੁਰਦੁਆਰੇ ਦੇ ਅੰਦਰ ਵੀ ਸ਼ਾਇਦ ਇੰਨੇ ਕੀ ਹੈ। ਤੇ ਪਰ ਜਿਹੜੇ ਬਾਹਰ ਪਬਲਿਕ ਜਿੱਦਾਂ ਹੁੰਦਾ ਹੈਗਾ ਜਾਂ ਜਦੋਂ ਸਵੇਰੇ ਆਪਣਾ ਉਹਨਾਂ ਦੇ ਅੰਤਿਮ ਦਰਸ਼ਨ ਕਰਨੇ ਹੈਗੇ ਆ ਕਰਕੇ ਉਹ ਲੋਕ ਬਾਹਰ ਹੁੰਦੇ ਆ ਔਰ ਡਿਸਟੈਂਸ ਰੱਖ ਕੇ ਤਾਂ ਤੁਸੀਂ ਉਹ ਕਰ ਸਕਦੇ ਹੋ। ਉੱਥੇ ਜ਼ਿਆਦਾ ਵੀ ਹੋ ਸਕਦੇ ਹੈਗੇ, ਬਿਲਕੁਲ ਇਸ ਆਊਟਸਾਈਡ ਹੈਗਾ। ਸੋ ਇਟਸ ਲਾਈਕ ਦੈਟ। ਜਿਹੜੀ ਦਵਿੰਦਰ ਹੁਣੀ ਗੱਲ ਕਹੀ ਆ ਪਿਆਰੇ ਦਰਸ਼ਕੋ, ਉਹ ਇਹ ਹੈਗੀ ਆ ਕਿ ਅੰਦਰ ਉਹਨਾਂ ਦੇ ਘਰ ਨਹੀਂ ਜਾਣਾ ਹੈਗਾ। ਗੁਰਦੁਆਰੇ ਜੇ ਤੁਸੀਂ ਜਾਣਾ ਹੀ ਆ ਨਾ, ਅੰਦਰ ਨਹੀਂ ਜਾਣਾ। ਬਾਹਰ ਜਿਹਲੇ ਉਹਨਾਂ ਨੂੰ ਆਖਰੀ ਅਲਵਿਦਾ ਹੋਏਗੀ, ਤੋਰਨਗੇ, ਉੱਥੇ ਸੜਕ 'ਤੇ ਖੜ੍ਹੇ ਹੋ ਕੇ ਤੁਸੀਂ ਉਹਨਾਂ ਨੂੰ ਆਖਰੀ ਅਲਵਿਦਾ ਕਹਿ ਸਕਦੇ ਆ। ਸ਼ਰਧਾ ਦੇ ਫੁੱਲ ਜਿਹੜੇ ਆਪਣੇ ਮਨ 'ਚੋਂ ਇਹ ਆ ਕਿ ਮਨ ਦੇ ਵਿੱਚੋਂ ਕਹਿ ਸਕਦੇ ਆ, ਉਹਨਾਂ ਨੂੰ ਭੇਂਟ ਕਰ ਸਕਦੇ ਆ ਉੱਥੇ, ਪਰ ਅੰਦਰ ਨਹੀਂ ਜਾ ਸਕਦੇ। ਸੋ ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਭਗਤ ਗੁਰੂ ਕਬੀਰ ਜੀ ਨੇ ਕਿਹਾ ਕਿ ਜਾਂ ਤੂੰ ਆਇਆ ਜਗਤ ਮੇਂ ਜਾਂ ਤੂੰ ਆਇਆ ਜਗਤ ਮੇਂ ਜਗਤ ਹੰਸੇ ਤੁਮ ਰੋਏ। ਜਿਲੇ ਬੱਚਾ ਆਉਂਦਾ ਉਹਲੇ ਪੈਦਾ ਹੁੰਦਾ ਉਸੇ ਰੋਂਦਾ, ਔਰ ਜਿਲੇ ਜਿਨ੍ਹਾਂ ਦੇ ਘਰ ਪੈਦਾ ਹੁੰਦਾ ਉਹ ਹੱਸਦੇ ਖੁਸ਼ ਹੁੰਦੇ ਆ। ਜਾਂ ਤੂੰ ਆਇਆ ਜਗਤ ਮੇਂ ਜਗਤ ਹੱਸੇ ਤੁਮ ਰੋਏ, ਕਰਨੀ ਐਸੀ ਕਰ ਚਲੋ ਫਰੀਦਾ ਤੁਮ ਹੱਸੇ ਜਗ ਰੋਏ। ਇਹੋ ਜਿਹੇ ਕੰਮ ਕਰ ਚਲੋ ਕਿ ਤੁਸੀਂ ਹੱਸਦੇ ਜਾਓ ਔਰ ਜੱਗ ਜਿਹੜਾ ਉਹ ਤੁਹਾਡੇ ਵਿਛੋੜੇ ਨੂੰ ਆਂਸੂ ਬਹਾਵੇ, ਰੋਵੇ। ਕਿਉਂਕਿ ਉਹਨਾਂ ਨੂੰ ਦੁੱਖ ਹੁੰਦਾ ਕਿ ਇੱਕ ਤਾਂ ਰਿਸ਼ਤੇਦਾਰ ਵਿਛੜ ਜਾਂਦਾ, ਇੱਕ ਦਾ ਹੁੰਦਾ ਕਿ ਰਿਸ਼ਤੇਦਾਰਾਂ ਤੋਂ ਬਾਹਰਾ ਵੀ ਹੁੰਦਾ ਹੈਗਾ। ਭਈ ਰਿਸ਼ਤੇਦਾਰ ਕਿਸੇ ਦਾ ਵੀ ਨਾ ਹੋਵੇ, ਖੂਨੀ ਰਿਸ਼ਤਾ ਨਾ ਹੋਵੇ, ਪਰ ਫੇਰ ਵੀ ਲਗਨ ਹੁੰਦੀ ਆ। ਜਿਸ ਤਰ੍ਹਾਂ ਸਾਡੀ ਆ, ਖੂਨੀ ਰਿਸ਼ਤਾ ਨਹੀਂ ਪਰ ਸਾਡੀ ਉਹਦੀ ਮਿੱਤਰਤਾ ਸੀ ਇੱਕ ਮਿਸ਼ਨ ਦੇ ਉੱਤੇ, ਹੈ ਜੀ। ਔਰ ਸਾਨੂੰ ਉਹਦੇ ਵਿਛੋੜੇ ਦਾ ਬਹੁਤ ਦੁੱਖ ਹੈ ਪਿਆਰੇ ਦਰਸ਼ਕੋ, ਕਿਉਂਕਿ ਅਸੀਂ ਕਈ ਸਾਲ ਇਕੱਠਿਆਂ ਨੇ ਕੰਮ ਕੀਤਾ
ਔਰ ਸਾਡੀ ਜਿਹੜੀ ਸੀਗੀ ਜਦੋਜਹਿਦ ਸੀਗੀ ਉਹ ਸਾਡਾ ਇੱਕ ਨਾਤਾ ਸੀਗਾ। ਜਿਹੜੇ ਵੀ ਇਸ ਲਈ ਕੰਮ ਕਰਦੇ ਆ ਕਿਸੇ ਸਭਾ ਸੁਸਾਇਟੀ ਦੇ ਵਿੱਚ, ਉਹਨਾਂ ਦਾ ਇੱਕ ਮਿਸ਼ਨ ਹੈਗਾ, ਉਹ ਸਭਾ ਸੁਸਾਇਟੀ ਦੇ ਮਿਸ਼ਨ ਨੂੰ ਅੱਗੇ ਲਿਜਾਣਾ। ਔਰ ਇਸ ਨਾਤੇ ਉਹਨਾਂ ਦਾ ਜਿਹੜਾ ਰਿਸ਼ਤਾ ਨਾਤਾ ਹੋ ਜਾਂਦਾ, ਕਈ ਦਫਾ ਇਹੋ ਜਿਹਾ ਹੁੰਦਾ ਕਿ ਖੂਨ ਦੇ ਰਿਸ਼ਤੇ ਨਾਤੇ ਨਾਲ ਵੀ ਵੱਧ ਕੇ ਹੁੰਦਾ, ਕਿਉਂਕਿ ਉਹ ਲੋਕ ਜਿਹੜੇ ਆ ਉਹ ਡੈਡੀਕੇਟਡ ਹੁੰਦੇ ਆ, ਡੈਡੀਕੇਟਡ ਅਪ ਟੂ ਆਪਣਾ ਜਿਹੜਾ ਮਿਸ਼ਨ ਹੈ। ਔਰ ਮੋਹਨ ਲਾਲ ਜੀ ਜਿਹੜੇ ਆ ਉਹ ਬਹੁਤ ਡੈਡੀਕੇਟਡ ਸੀਗੇ। ਉਹਨਾਂ ਦੇ ਫਾਦਰ ਵੀ ਜਿਹੜੇ ਪੰਡਿਤ ਬਖਸ਼ੀ ਰਾਮ ਸੀਗੇ, ਉਹ ਵੀ ਸਾਰੀ ਉਮਰ ਉਹਨਾਂ ਨੇ CPI 'ਚ ਕੰਮ ਕੀਤਾ। ਉਹਨਾਂ ਦੀ ਸਾਰੀ ਉਮਰ ਦੀ ਜਿਹੜੀ ਹੈਗੀ ਆ ਉਹ ਇੱਕ ਯਾਦਗਾਰ ਹਿਸਟਰੀ ਹੈਗੀ ਆ ਕਿ ਉਹਨਾਂ ਨੇ ਇੱਕ ਦਬੇ ਕੁਚਲੇ ਸਮਾਜ 'ਚੋਂ ਉਸ ਟਾਈਮ 'ਤੇ ਨਿਕਲ ਕੇ ਉਹਨਾਂ ਨੇ ਸਾਰੀ ਉਮਰ ਜਿਹੜੀ ਆ ਪਬਲਿਕ ਸਰਵਿਸ ਕੀਤੀ ਆ। ਉਹ ਬਹੁਤ ਹੀ ਮਾਰਕੇ ਵਾਲੀ ਗੱਲ ਹੈਗੀ ਆ। ਉਸ ਟਾਈਮ 'ਤੇ ਲੋਕ ਜਿਹੜੇ ਹੈਗੇ ਆ ਚਿੱਟੇ ਕੱਪੜਿਆਂ ਵਾਲਿਆਂ ਤੋਂ ਡਰਦੇ ਹੁੰਦੇ ਸੀ, ਪੁਲਿਸ ਤੋਂ ਡਰਦੇ ਹੁੰਦੇ ਸੀ, ਪੁਲਿਸ ਤੋਂ। ਔਰ ਸਾਨੂੰ ਇਹ ਆ ਕਿ ਕਿਸੇ ਪਾਸੇ ਵੀ ਢੋਈ ਨਹੀਂ ਸੀ, ਨਫ਼ਰਤ ਸੀਗੀ। ਪਰ ਪੰਡਿਤ ਬਖਸ਼ੀ ਰਾਮ ਜੀ ਉਸ ਟਾਈਮ ਦੇ ਉੱਤੇ ਉਹ ਲੜਦੇ ਸੀਗੇ ਜੀ, ਜਦੋਜਹਿਦ ਕਰਦੇ ਸੀਗੇ। ਹਾਂਜੀ, ਔਰ ਅੱਜ ਉਹਨਾਂ ਨੂੰ ਵੀ ਯਾਦ ਕਰਦੇ ਆ ਕਿ ਉਹਨਾਂ ਦਾ ਬੇਟਾ ਜਿਹੜਾ ਉਹਨਾਂ ਦੇ ਕੋਲ ਜਾ ਰਿਹਾ ਹੈਗਾ, ਹੈ ਜੀ। ਸੋ ਇੱਕ ਹਿਸਟਰੀ ਹੈਗੀ ਆ। ਅੱਜ ਅਸੀਂ ਜਿੰਨੇ ਵੀ ਹੈਗੇ ਬੈਠੇ, ਇਹ ਪਾਰਟ ਆਫ ਦਾ ਹਿਸਟਰੀ ਆ। ਆਉਣ ਵਾਲੀ ਜਨਰੇਸ਼ਨ ਜਿਹੜੀ ਆ ਸਾਡੇ 'ਚੋਂ ਕਿਸੇ ਨਾ ਕਿਸੇ ਨੂੰ ਯਾਦ ਕਰੇਗੀ। ਕਿਉਂ ਜੀ? ਬਿਲਕੁਲ। ਦੇਖੋ, ਇਹ ਐਕਚੁਅਲੀ ਪਰਿਵਾਰ ਦੇ ਵਿੱਚ ਆਉਂਦਾ ਕਿ ਜਿੱਦਾਂ ਦੇ ਪੇਰੈਂਟਸ ਹੁੰਦੇ ਆ ਨਾ, ਜਿੱਦਾਂ ਦੀ ਪਰਿਵਾਰ 'ਚੋਂ ਸਿੱਖਿਆ ਮਿਲਦੀ ਹੈ ਕਿ ਬੱਚਿਆਂ 'ਤੇ ਬਹੁਤ ਅਸਰ ਪੈਂਦਾ ਉਸ ਚੀਜ਼ ਦਾ। ਬਿਲਕੁਲ। ਇਹਨਾਂ ਨੂੰ ਤਾਂ ਪਰਿਵਾਰ ਦੇ ਵਿੱਚੋਂ ਹੀ ਮਤਲਬ ਜਿਹੜੀ ਲੋਕਾਂ ਲਈ ਕੰਮ ਕਰਨਾ, ਲੀਡਰੀ ਕਰਨੀ, ਲੋਕਾਂ ਦੇ ਵਿਚਰਨਾ, ਮਤਲਬ ਜਿੱਦਾਂ ਪੰਡਿਤ ਬਖਸ਼ੀ ਰਾਮ ਜੀ ਦੀ ਤੁਸੀਂ ਗੱਲ ਕੀਤੀ ਹੈਗੀ ਆ, ਉਹ ਆਪਣੇ ਤੌਰ 'ਤੇ ਇੱਕ ਮਤਲਬ ਬਹੁਤ ਕੰਮ ਕੀਤਾ ਉਹਨਾਂ ਨੇ ਆਪਣੇ ਸਮਾਜ ਲਈ। ਔਰ ਜਿੱਦਾਂ ਖਾਸ ਕਰਕੇ ਜਿਹੜੀ ਦਲਿਤ ਮੂਵਮੈਂਟ ਦੇ ਵਿੱਚ, ਉਹਦੇ ਵਿੱਚ ਵੀ, ਔਰ ਕਮਿਊਨਿਸਟ ਮੂਵਮੈਂਟ ਦੇ ਵਿੱਚ ਵੀ ਕੰਮ ਕੀਤਾ। ਬਾਬੂ ਮੰਗੂ ਰਾਮ ਜੀ ਦੇ ਨਾਲ ਵੀ ਉਹਨਾਂ ਨੇ ਆਦ ਧਰਮ ਮੰਡਲ ਦੇ ਵਿੱਚ ਉਹਦੇ ਵਿੱਚ ਵੀ ਕਾਫੀ ਹਿੱਸਾ ਪਾਇਆ, ਔਰ ਬਾਬਾ ਸਾਹਿਬ ਦੀ ਮੂਵਮੈਂਟ ਵਿੱਚ ਵੀ ਹਿੱਸਾ ਪਾਉਂਦੇ ਰਹੇ। ਸੋ ਇਹ ਇੱਕ ਪਰਿਵਾਰ ਵਿੱਚ ਹੀ ਸੀਗਾ ਕਿ ਜਿੱਥੋਂ ਉਹਨਾਂ ਨੂੰ ਆਪਣੇ ਮੋਹਨ ਲਾਲ ਜੀ ਨੂੰ ਜਿਹੜੀ ਲਗਨ ਸੀਗੀ ਵੀ ਅਸੀਂ ਸਮਾਜ ਲਈ ਕੰਮ ਕਰਨਾ ਹੈ, ਉਹਦੇ ਲਈ ਉਹ ਕੰਮ ਕਰਦੇ ਰਹੇ। ਤਾਂ ਫਿਰ ਇੱਥੇ ਤੁਹਾਨੂੰ ਪਤਾ ਕਿ ਇੱਥੇ ਵੀ ਉਹਨਾਂ ਨੇ ਬਹੁਤ ਕੰਮ ਕੀਤੇ ਹੈਗੇ ਆ। ਖਾਸ ਕਰਕੇ ਵਾਲਮੀਕੀ ਕਮਿਊਨਿਟੀ ਦੇ ਵਿੱਚ ਜਿਹੜਾ ਆਪਣੇ ਹੌਕਲੀ ਦਾ ਵਾਲਮੀਕੀ ਮੰਦਿਰ ਬਣਿਆ, ਔਰ ਉਹਦੇ ਵਿੱਚ ਮਤਲਬ ਉਹ ਇੱਕ ਜਿਹੜਾ ਉਹਨਾਂ ਦਾ ਕੰਮ, ਉਹ ਯਾਦਗਾਰੀ ਕੰਮ ਆ, ਬਹੁਤ ਉਹਨਾਂ ਦੀ ਦੇਣ ਹੈ। ਹਾਂਜੀ, ਉਹਨਾਂ ਦੇ ਕਰਕੇ ਹੀ ਅੱਜ ਮਤਲਬ ਉਹ ਕਮਿਊਨਿਟੀ ਦੇ ਕੋਲ ਆ, ਯੂ ਨੋ। ਅਤੇ ਮਤਲਬ ਇੱਕ ਬਹੁਤ ਵੱਡਾ ਉਪਰਾਲਾ ਉਹਨਾਂ ਨੇ ਕੀਤਾ ਸੀਗਾ ਕਿ ਸਾਡੀ ਕਮਿਊਨਿਟੀ ਲਈ ਇੱਕ ਜਿਹੜਾ ਮੰਦਿਰ ਹੈਗਾ, ਉਹ ਮਤਲਬ ਕੌਂਸਲ ਦੇ ਵਿੱਚ ਅਪਰੋਚ ਕੀਤੀ, ਉਹਨੂੰ ਕਿੱਦਾਂ ਉਹਨਾਂ ਨੇ ਜੜ੍ਹਾਂ ਬੰਨ੍ਹਣ ਕੇ ਦਿੱਤੀਆਂ ਹੈਗੀਆਂ। ਔਰ ਹਾਲਾਂਕਿ ਉਹ ਇੱਕ ਕਮਿਊਨਿਟੀ ਨਾਲ ਜੁੜੇ ਹੋਏ ਨਹੀਂ ਸੀ, ਉਹ ਸਾਰਿਆਂ ਨਾਲ ਵਿਚਰਦੇ ਸੀ, ਯੂ ਨੋ। ਤਾਂ ਇਸ ਤਰੀਕੇ ਨਾਲ ਸਾਰਾ ਜਿਹੜਾ ਸੀਗਾ ਉਹਨਾਂ ਦਾ ਹਿਸਾਬ ਕਿਤਾਬ ਬਹੁਤ ਵਧੀਆ ਸੀਗਾ। ਅਤੇ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਵੀ ਬਹੁਤ ਵਧੀਆ ਬੁਲਾਰੇ ਸੀ, ਚੰਗਾ ਕੰਮ ਕਰਦੇ ਸੀਗੇ, ਔਰ ਸਾਰਿਆਂ ਨਾਲ ਮਿਲ ਵਰਤਦੇ ਸੀਗੇ। ਸੋ ਇਟ ਵਾਜ਼ ਵੈਰੀ ਗੁੱਡ ਹੈ ਨਾ ਉਹਨਾਂ ਦੀ ਜਿਹੜੀ ਗੱਲਬਾਤ ਸੀਗੀ। ਮੈਨੂੰ ਯਾਦ ਹੈ ਪਿਆਰੇ ਦਰਸ਼ਕੋ, ਇੱਕ ਦਫਾ ਅਸੀਂ ਲੰਡਨ ਮੁਜ਼ਾਹਰੇ 'ਤੇ ਗਏ, ਔਰ ਕਈ ਲੋਕ ਤਾਂ ਆਪਣੇ ਰੋਟੀ ਪਾਣੀ ਕੋਲ ਲੈ ਜਾਂਦੇ ਆ। ਮੈਨੂੰ ਵੀ ਆਦਤ ਹੈ, ਮੈਂ ਕਦੀ ਨਹੀਂ ਲਿਖਿਆ ਜੀ। ਅੱਛਾ, ਉੱਥੇ ਦੂਜੇ ਵੱਲ ਨਹੀਂ ਮੈਂ ਕਦੀ ਦੇਖਦਾ ਹੁੰਦਾ। ਕਈ ਵਾਰੀ ਇੱਦਾਂ ਹੁੰਦਾ ਵੀ ਲੈ ਵੀ ਰੋਟੀ ਵਾਲੇ ਜਿਹੜੇ ਉਹ ਨਾਲ ਦੇਖੋ, ਅਤੇ ਇਹੋ ਜਿਹਾ ਮਤਲਬ ਮੁਹਾਵਰਾ ਹੋ ਗਿਆ ਸੀਗਾ ਕਿ ਸਾਰੀ ਦਿਹਾੜੀ ਭੁੱਖੇ ਵੀ ਰਹਿ ਲਓ, ਕੁਛ ਨਹੀਂ ਹੈ ਜੀ। ਔਰ ਕਾਮਰੇਡ ਹੁਣੀ ਮੇਰੇ ਨਾਲ ਸਨ। ਮੈਂ ਕਿਹਾ ਕਾਮਰੇਡ ਜੀ ਭਾਈ ਖਾਣ ਨੂੰ ਤਾਂ ਚਲੋ ਕੁਛ ਨਹੀਂ, ਕਿਤੇ ਪਾਣੀ ਪੀਓ ਤਾਂ ਕਿਤੇ ਟੋਲੀਏ। ਉਹ ਕਹਿੰਦਾ ਭਾਈ ਸਹੀ ਤੁਹਾਨੂੰ ਦੱਸਾਂ ਭਾਈ, ਇੱਥੇ ਤੂੰ ਕਹਿੰਦਾ ਰਾਜਸਥਾਨ 'ਚ ਫਿਰਦਾ ਆ, ਜਿਹੜਾ ਤੇਰੇ ਅੰਦਰ ਅੱਗ ਲੱਗੀ ਹੋਈ ਆ ਪਾਣੀ ਪੀਣ ਦੀ ਹੈ। ਕਹਿੰਦਾ ਵੀ ਜੇ ਤੈਨੂੰ ਫੜ ਕੇ ਕਿਤੇ ਉੱਥੇ ਛੱਡਿਆ ਹੁਣ ਫੇਰ ਕੀ ਕਰੇਗਾ ਹੈ। ਮੈਂ ਕਿਹਾ ਵੀ ਉਸ ਟਾਈਮ 'ਤੇ ਜਿਹੋ ਜਿਹਾ ਟਾਈਮ ਆਏਗਾ ਉਸ ਟਾਈਮ 'ਤੇ ਦੇਖਾ ਜਾਏਗਾ। ਹੁਣ ਤਾਂ ਆਪਾਂ ਲੰਡਨ 'ਚ ਹਾਂ, ਜਿੱਥੋਂ ਦੇ ਦਰਿਆ ਵਗਦਾ ਆ, ਹੈ ਨਹੀਂ, ਪਾਣੀ ਦੀ ਘਾਟ ਨਹੀਂ ਹੈਗੀ। ਤਾਂ ਮੈਂ ਕਿਹਾ ਵੀ ਕਿਤੇ ਲਿਆਉਣੇ। ਕਹਿੰਦਾ ਅੱਛਾ ਵੀ ਉਹ ਦੁਕਾਨ ਖੁੱਲ੍ਹੀ ਆ, ਪੇਪਰ ਸ਼ਾਪ ਸੰਡੇ ਨੂੰ ਖੁੱਲ੍ਹੀ ਹੁੰਦੀ, ਕਹਿੰਦਾ ਉੱਥੇ ਦੇਖ ਲਾ। ਸੋ ਇਹੋ ਜਿਹਾ ਉਹਨਾਂ ਦਾ ਰਵੱਈਆ ਸੀਗਾ ਭਾਈ, ਭੁੱਖੇ ਧਿਆਏ ਕੁਛ ਵੀ ਹੋ ਜਾਏ, ਆਪਣੀ ਜਿਹੜੀ ਮੰਜ਼ਿਲ ਹੈਗੀ ਆ ਉਹ ਉਧਰ ਨੂੰ ਤੁਰੇ ਜਾਣਾ। ਕੋਈ ਲੈਕਚਰ ਵੀ ਕਰਨਾ, ਕੋਈ ਸਪੀਚ ਵੀ ਕਰਨੀ, ਜਾਂ ਕੁਛ ਲਿਖਣਾ ਵੀ, ਉਹਦੇ ਵਿੱਚ ਇੱਦਾਂ ਵੀ ਵਿੰਗ ਧੜਿੰਗ ਨਹੀਂ ਹੋਣਾ, ਸਿੱਧੇ ਜਾਣਾ।
है जी, सीधे जाना और सीधी गल करनी है जी। और ये आ कि हैलो जी, जय गुरदेव, जय पी, कौन ते कित्थों साहब जी? भाजी मैं बेडफोर्ड तो बोल रहा तेजी। तेजी साहब, थोड़ा स्वागत है कांची टीवी ते, की कहना चाहते हैं? हाँ जी भाई साहब, आप जी बहुत अच्छा शब्दांजलि पेंट कर रहे हो जी। ते मैं 2 शब्द कहना चाहना जे आज्ञा हुए। बिल्कुल बिल्कुल। चिराग जगदे ने ते बुझ जांदे हन जी। चिराग जगदे ने ते बुझ जांदे हन, भलाई दे चिराग नहीं बुझ पाउंदे ने जी। ओह ही कर पाउंदे ने भलाई, जिन्हां अंदर खुदाई बसदी है। पंडित बख्शी राम ते सुपुत्र मोहन लाल जी छड़ गए दिलों विच गहरे राज ने, नाम दोनों दा रहू इस जहान विच दे के कुर्बानी वाल्मीकि नाम अमर कर गए ने जी जी। भाजी पंडित बख्शी राम जी दियां खोजां दा करके अज भगवान वाल्मीकि जी दा नाम अमर है। बिल्कुल जी। खोजां तो पहला भगवान वाल्मीकि जी नूं बाले शाह दा नाम दे के छुपाया होया जी जी। ਅਸੀਂ ਪਿੰਡਾਂ ਤੋਂ ਬਾਹਰ ਥੜੀਆਂ ਤੇ ਬਾਲੇ ਸ਼ਾਹ ਦੇ ਚਿਰਾਗ ਕਰਿਆ ਕਰਦੇ ਸੀ ਜੀ। ਉਦੋਂ ਸਾਨੂੰ ਵਾਲਮੀਕੀ ਨਾਮ ਤੋਂ ਦੂਰ ਰੱਖਦੇ ਸਨ ਜੀ ਜੀ। ਪੰਡਿਤ ਬਖਸ਼ੀ ਰਾਮ ਦੀਆਂ ਖੋਜਾਂ ਰਾਹੀਂ ਵਾਲਮੀਕੀ ਮਿਸ਼ਨ ਸ਼ੁਰੂ ਹੋਇਆ ਹੈ, ਜਿਹੜਾ ਅੱਜ ਦੁਨੀਆ ਭਰ ਵਿੱਚ ਕਾਇਮ ਹੈ ਜੀ। ਵਾਲਮੀਕੀਅਨ ਕੌਮ ਪੰਡਿਤ ਬਖਸ਼ੀ ਰਾਮ ਦੇ ਕੀਤੇ ਦੀ ਜੀ ਸਦਾ ਰੀਨੀ ਰਹੇਗੀ ਜੀ। पंडित बख्शी राम जी दे सुपुत्र जी मोहन लाल जी ने भी इंग्लैंड विच आके जी जी वाल्मीकियन कौम दा नाम उच्चा किया है। बिल्कुल। होकली वाला वाल्मीकि मंदिर उन्हां दियां कीतियां कोशिशां दा सबूत है। साडा सारा परिवार इस दुखद वेले मोहन लाल जी दे परिवार दे दर्द विच मशलूक है जी। मेरे पिताजी स्वर्गीय हजारा राम तेजी जी पंडित बख्शी राम जी ਅਤੇ ਉਹਨਾਂ ਦੇ ਸੁਪੁੱਤਰ ਮੋਹਨ ਲਾਲ ਜੀ ਦੀ ਬਹੁਤ ਕਦਰ ਕਰਦੇ ਸਨ ਜੀ। ਤੇ ਸਾਡੇ ਹਿਰਦੇ ਵਿੱਚ ਵੀ ਉਹਨਾਂ ਲਈ ਬਹੁਤ ਉੱਚੀ ਕਦਰ ਹੈ ਜੀ ਜੀ। ਅਸੀਂ ਕਾਂਸ਼ੀ ਟੀਵੀ ਨੂੰ 50 ਪਾਉਂਡ ਦਾ ਚੈੱਕ ਭੇਜ ਰਹੇ ਹਾਂ ਜੀ। ਥੈਂਕ ਯੂ। ਕਾਂਸ਼ੀ ਟੀਵੀ ਦੇ ਰਾਹੀਂ ਅਸੀਂ ਇੱਕ ਦੂਜੇ ਦੇ ਦੁੱਖ ਵਿੱਚ ਮਸ਼ਲੂਕ ਹੁੰਦੇ ਹਾਂ, ਜਿਸ ਤਰ੍ਹਾਂ ਅੱਜ ਅਸੀਂ ਹੋ ਰਹੇ ਹਾਂ ਜੀ ਜੀ। ਕਾਂਸ਼ੀ ਟੀਵੀ ਰਾਹੀਂ ਸਾਨੂੰ ਕੌਮੀ ਮਸਲਿਆਂ ਦੀ ਇਤਲਾਹ ਵੀ ਮਿਲਦੀ ਹੈ। ਇੰਡੀਆ ਵਿੱਚ ਹਾਲਾਤ ਦਿਨੋਂ ਦਿਨ ਗੰਭੀਰ ਹੋ ਰਹੇ ਹਨ ਤੇ ਉਸ ਦੀ ਜਾਣਕਾਰੀ ਕਾਂਸ਼ੀ ਟੀਵੀ ਸਾਡੇ ਤਾਈਂ ਪਹੁੰਚਾਉਂਦਾ ਹੈ ਜੀ ਜੀ। ਕਾਂਸ਼ੀ ਟੀਵੀ ਦਾ ਕਾਇਮ ਰਹਿਣਾ ਬਹੁਤ ਜ਼ਰੂਰੀ ਹੈ। अपना तिल फुल दा दान जरूर पाओ जी जी। थैंक यू भाजी। इन्ना शब्दां दे नाल मैं आप पासों आज्ञा चाहना हाँ। वही एक ब्रह्म, वही एक ब्रह्म। थैंक यू जी, थैंक यू, वेरी नाइस। बहुत बहुत थैंक यू। बहुत अच्छी तरह तुसी बयान किया और ਨਾਲ ਹੀ ਥੈਂਕ ਯੂ ਤੁਹਾਡਾ ਜਿਹੜਾ 50 ਪਾਉਂਡ ਤੁਸੀਂ ਕਾਂਸ਼ੀ ਟੀਵੀ ਨੂੰ ਉਹਨਾਂ ਦੀ ਯਾਦਗਾਰ ਵਿੱਚ ਦਿੱਤੇ ਆ और असी कांशी टीवी वालों थोड़ा बहुत बहुत धन्यवाद करते हैं। हाँ जी। सारिਆਂ ਨੂੰ मतलब जितना भी कांशी टीवी का सहयोग दे सको देना चाहिए, ਵੱਧ ਤੋਂ ਵੱਧ देना चाहिए। बिल्कुल कि जिदा तेजी साहब ने मैंशन किया कि साढ़े ਜਿਹੜੇ मसले हैगे आ कांशी टीवी ते डिस्कस किए जाते हैं। बिल्कुल। ਉਹਨਾਂ ਦੀ ਜਾਣਕਾਰੀ ਜਿਹੜੀ ਹੈਗੀ ਉਹ ਲੋਕਾਂ ਨੂੰ ਮਿਲਦੀ ਹੈਗੀ ਆ ਔਰ ਇਹਦਾ ਜਿਹੜਾ ਕਾਇਮ ਰਹਿਣਾ, ਇਹਦਾ ਚੱਲਣਾ, ਇਹਦਾ ਵਧਣਾ ਫੁੱਲਣਾ तो बहुत ਜ਼ਰੂਰੀ ਹੈਗਾ। ਸੋ ਸਾਰਿਆਂ ਨੂੰ ਬੇਨਤੀ ਕਰਦੇ ਕਿ ਇਹਦਾ ਜਿਹੜਾ ਸਹਿਯੋਗ ਦਿੱਤਾ ਜਾਵੇ, ਦੀ ਹੈਲਪ ਕੀਤੀ ਜਾਵੇ। ਬਾਕੀ ਜਿੱਦਾਂ ਆਪਾਂ ਮੋਹਨ ਲਾਲ ਜੀ ਉਹਨਾਂ ਦੀ ਗੱਲ ਕਰਦੇ ਹੈਗੇ ਆ ਜੀ, ਅਫਸੋਸ ਹੈ ਜਦੋਂ ਬੰਦਾ ਕੋਈ ਚਲੇ ਜਾਂਦਾ, ਪਰ ਜਿਹੜੀ ਜ਼ਿੰਦਗੀ ਦੀ ਹਕੀਕਤ ਇਹ ਆ ਹਾਂਜੀ ਕਿ ਇਸ ਪੂਰੇ ਸੰਸਾਰ ਦੇ ਵਿੱਚ, ਪੂਰੀ ਕਾਇਨਾਤ ਵਿੱਚ ਤੁਸੀਂ ਕਹੋ ਕਿ ਕੋਈ ਵੀ ਜਿਹੜੀ ਚੀਜ਼ ਹੈਗੀ ਆ ਪਰਮਾਨੈਂਟ ਨਹੀਂ ਹੈ। ਬਿਲਕੁਲ। ਹਰ ਚੀਜ਼ ਹਰ ਪਲ ਬਦਲਦੀ ਆ, ਉਹਦਾ ਰੰਗ ਰੂਪ ਬਦਲਦਾ ਰਹਿੰਦਾ ਪੂਰੀ ਕਾਇਨਾਤ। ਬਿਲਕੁਲ। ਚਾਹੇ ਕੋਈ ਜੀਵ ਚੀਜ਼ਾਂ ਆ, ਚਾਹੇ ਨਿਰਜੀਵ ਚੀਜ਼ਾਂ ਆ, ਚਾਹੇ ਕੋਈ ਜੀਵ ਹੈ, ਨਿਰਜੀਵ ਆ, ਸਭ ਕੁਛ ਜਿਹੜਾ ਹਮੇਸ਼ਾ ਬਦਲਦਾ ਰਹਿੰਦਾ ਹੈ।
ਕਰਕੇ ਜਦ ਉਹ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਕਰਕੇ ਜਦੋਂ ਬੱਚਾ ਹੁੰਦਾ ਉਹ ਦੇਖਦਾ, ਪਰ ਜਦੋਂ ਉਹਦੇ 2 ਸਾਲਾਂ ਬਾਅਦ ਦੇਖੋ 4 ਸਾਲਾਂ ਬਾਅਦ ਦੇਖੋ ਤਾਂ ਫਿਰ ਕਿੱਡਾ ਹੋਇਆ ਹੁੰਦਾ। ਬਿਲਕੁਲ ਜੇ ਤੁਸੀਂ ਰੋਜ਼ ਦੇਖਦੇ ਤਾਂ ਇੰਨਾ ਨਹੀਂ ਪਤਾ ਲੱਗਦਾ। ਬਿਲਕੁਲ ਜਿਹੜੀ ਤਬਦੀਲੀ ਆ ਉਹ ਕੰਟੀਨਿਊ ਆਉਂਦੀ ਆ, ਚੇਂਜ ਉੱਥੇ ਪਰਮਾਨੈਂਟ ਆ। ਬਿਲਕੁਲ ਮਤਲਬ ਕੁਛ ਚੇਂਜ ਹੀ ਪਰਮਾਨੈਂਟ ਆ, ਅਦਰਵਾਈਜ਼ ਸੰਸਾਰ 'ਤੇ ਕੁਝ ਪਰਮਾਨੈਂਟ ਨਹੀਂ ਹੈ। ਬਿਲਕੁਲ ਐਵਰੀਥਿੰਗ ਇੰਪਰਮਾਨੈਂਟ ਆ। ਸੋ ਇਸ ਕਰਕੇ ਜਿਹੜਾ ਦੁੱਖ ਹੈਗਾ ਜੀ ਉਹ ਹੈਗਾ, ਪਰ ਜਿਹੜਾ ਉਹਨੂੰ ਸਹਾਰਨਾ, ਜਿਹੜਾ ਉਹਨੂੰ ਸੱਚਾਈ ਨੂੰ ਸਮਝਣਾ ਉਹ ਵੀ ਜ਼ਰੂਰੀ ਹੈਗਾ ਕਿ ਵਕਤ ਆਉਂਦਾ ਹੀ ਹੈਗਾ ਸਾਰਿਆਂ 'ਤੇ। ਹੈਲੋ ਜੀ, ਜੈ ਗੁਰਦੇਵ, ਜੈ ਪੀ ਕੌਣ ਤੇ ਕਿੱਥੋਂ ਸਾਹਿਬ ਜੀ? ਜੈ ਗੁਰਦੇਵ, ਜੈ ਭੀਮ, ਜੈ ਭਾਰਤ ਜੀ। ਮਹਾਰਾਜ ਜੀ ਕੌਣ ਸਾਹਿਬ ਜੀ? ਮੈਂ SR ਗਰੇਵਾਲ ਬੋਲਦਾ। ਗਰੇਵਾਲ ਸਾਹਿਬ ਤੁਹਾਡਾ ਸਵਾਗਤ ਹੈ ਕਾਸ਼ੀ ਟੀਵੀ ਤੇ। ਮੈਂ ਤੁਹਾਨੂੰ ਪੰਡਿਤ ਬਿਸ਼ਨਦਾਸ ਜੀ ਕਹਿ ਦਿੱਤਾ ਹੈ ਤੇ ਦਵਿੰਦਰ ਸਾਹਿਬ ਨੂੰ ਦਾ ਵੀ ਨਾਂ ਤਾਂ ਹੈਗਾ, ਪਰ ਮੈਂ ਕਹਿਣਾ ਨਹੀਂ ਚਾਹੁੰਦਾ। ਥੈਂਕ ਯੂ ਥੈਂਕ ਯੂ। ਅੱਜ ਕਾਮਰੇਡ ਮੋਹਨ ਨੂੰ ਸ਼ਰਧਾਂਜਲੀ ਦੇ ਰਿਹਾ। ਮੇਰਾ ਮਾਸੀ ਦੇ ਪੁੱਤ ਭਰਾ ਵੀ ਸੀਗੇ ਜੀ ਜੀ, ਔਰ ਪਿੰਡ ਦੇ ਵੀ ਸੀ, ਸਭ ਪਾਸੇ ਕਈ ਰਿਸ਼ਤੇ ਸੀ। ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਜੀ ਮੈਂ ਅਪੀਲ ਕਰਦਾ, ਜੇ ਕਿਸੇ ਨੇ ਪੈਸੇ ਕਾਸ਼ੀ ਟੀਵੀ ਨੂੰ ਦੇਣੇ ਹੋ ਤਾਂ ਉਹ ਦੇ ਸਕਦੇ ਆ। ਕਾਸ਼ੀ ਟੀਵੀ ਦੇ ਨਾਲ ਹੀ ਸਾਡੀਆਂ ਵਿਚਾਰ ਵਟਾਂਦਰਾ ਹੁੰਦਾ ਤੇ ਸਾਡੀ ਰੂਹ ਨੂੰ ਵੀ ਸ਼ਾਂਤੀ ਮਿਲਦੀ ਹੈ। ਇਸੇ ਕਰਕੇ ਮੈਂ ਸ਼੍ਰੀਮਾਨ ਦਰਸ਼ਨ ਚੌਹਾਨ ਕੋਲੋਂ 25 ਪਾਉਂਡ ਤੇ ਸ਼੍ਰੀਮਾਨ ਜਸਵੀਰ ਜੀ ਧਾਰੀਵਾਲ 25 ਪਾਉਂਡ ਤੇ SR ਗਰੇਵਾਲ 25 ਪਾਉਂਡ, ਇਹ 75 ਪਾਉਂਡ ਕਾਸ਼ੀ ਟੀਵੀ ਨੂੰ ਮੈਂ ਪਹੁੰਚਾ ਦੂੰਗਾ। ਥੈਂਕ ਯੂ ਵੈਰੀ ਮਚ ਜੀ ਤੁਹਾਡਾ। ਅੱਗੇ ਲਈ ਅਪੀਲ ਵੀ ਕਰਦਾ ਕਿ ਕਾਸ਼ੀ ਟੀਵੀ ਨੂੰ, ਉੱਦਾਂ ਤਾਂ ਭੈਣ ਜੀ ਭੋਲੀ ਜੀ ਹਮੇਸ਼ਾ ਹੀ ਉਹ ਮੈਨੂੰ ਭਾਜੀ ਕਰਦੇ ਰਹਿੰਦੇ, ਤਾਂ ਮੈਂ ਉਹਨਾਂ ਨੂੰ 100 ਪੌਂਡ ਕਈ ਵਾਰੀ ਭੇਜ ਰਿਹਾ ਹੁੰਦਾ। ਇਹ ਨਹੀਂ ਕੋਈ ਗੱਲ। ਵੈਰੀ ਗੁੱਡ, ਥੈਂਕ ਯੂ ਜੀ, ਥੈਂਕ ਯੂ। ਇੱਥੇ ਬੈਠੇ ਆ, ਸਟੂਡੀਓ ਜੀ ਬੈਠੇ ਆ। ਹਾਂਜੀ ਹਾਂਜੀ, ਮੈਂ ਉਹਨਾਂ ਨੂੰ ਮੇਰੀ ਵੱਲੋਂ ਬਹੁਤ ਅਫਸੋਸ ਜ਼ਾਹਰ ਕਰਦਾ ਜੀ। एक बार कह दिया है 100 बार कहा ना जाए, श्री मोहन जी क्यों नहीं आए, श्री मोहन जी क्यों नहीं आए, सुते ही श्री मोहन को आकर कौन जगाए, श्री मोहन जी क्यों नहीं आए। ਅਸੀਂ ਚਾਹੁੰਦੇ ਹੁੰਦੇ ਸੀ ਕਾਸ਼ੀ ਟੀਵੀ ਸੁਣੇ, ਸਾਡਾ ਇੱਕੋ ਟੋਲਾ ਹੁੰਦਾ ਸੀ। ਤੁਸੀਂ ਵੀ ਜਾਣਦੇ ਆ, ਮੈਂ ਵੀ ਜਾਣਦਾ, ਜਦੋਂ ਜਲੂਸ ਕੱਢਿਆ ਸੀ ਜੀ ਛੂਆਛਾਤ ਹੋ ਗਏ। ਹਿੰਦੂ ਵਿਸ਼ਵ ਕਹਿੰਦਾ ਸੀ ਛੂਆਛਾਤ ਸਾਡੇ ਦੇਸ਼ ਵਾਸਤੇ, ਸਾਡੇ ਪ੍ਰਾਣ ਦਾ ਸੇ ਧਰਮ ਸ਼ਾਸਤਰ ਦੱਸਦੇ ਆ। ਫਤਿਹ ਸਿੰਘ ਜਿਹੜਾ ਸੀ ਉਹਨਾਂ ਦੇ ਨਾਲ ਬਹੁਤ ਚਾਵਾਂ ਨਾਲ ਖੇਲਦਾ ਹੁੰਦਾ ਸੀ। ਸਮਝ ਫਤਿਹ ਸਿੰਘ ਨੇ ਕਿਹਾ ਛੂਆਛਾਤ ਜਿਹੜੀ ਹੈ ਹਿੰਦੁਸਤਾਨ ਦੀਆਂ ਹੱਦਾਂ ਤੋਂ ਬਾਹਰ ਰਹਿਣੀ ਚਾਹੀਦੀ ਹੈ। ਅਸੀਂ ਅੱਜ ਤਾਈਂ ਵੀ ਕੁਛ ਕਰ ਨਹੀਂ ਸਕੇ। ਮੇਰੀ ਇਹ ਕਵਿਤਾ ਉਦੋਂ ਕਾਮਰੇਡ ਕਹਿੰਦਾ ਹੁੰਦਾ ਸੀ, ਆਹ ਜੋਗੀ ਏਦਾਂ ਲਿਖੀ, ਆ ਏਦਾਂ ਲਿਖੀ, ਪੱਪਾ ਕਲਬਾਂ ਜਾ ਕੇ ਵੀ ਮੇਰੇ ਤੋਂ ਕਹਿੰਦਾ ਹੁੰਦਾ ਏਦਾਂ ਦਾ ਲਿਖਣਾ। ਸੋ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ, ਉਹਨਾਂ ਦੀ ਰੂਹ ਦੀ ਸ਼ਾਂਤੀ ਦੇ। ਬਿਲਕੁਲ ਹਾਂਜੀ। ਤੇ ਕਾਮਰੇਡ ਕੋਈ ਛੋਟੀ ਜਿਹੀ ਹਸਤੀ ਨਹੀਂ ਸੀ, ਤੁਸੀਂ ਸਾਰੇ ਜਾਣਦੇ ਆ, ਮੇਰੇ ਨਾਲੋਂ ਜ਼ਿਆਦਾ ਜਾਣਦੇ ਆ। ਜੀ ਜੀ। ਗੁਰੂ ਜੀ ਆਪਣੇ ਗੁਰੂ ਦੇ ਅੱਗੇ ਫਰਿਆਦ ਆ, ਗੁਰੂ ਜੀ ਮੇਰੀ ਕਵਿਤਾ ਸ਼ਮ ਸ਼ਮ ਰੋਏ, ਤੈ ਕੋ ਦਰਦ ਨ ਹੋਏ, ਗੁਰੂ ਜੀ ਮੇਰੀ ਕਵਿਤਾ ਸ਼ਮ ਸ਼ਮ ਰੋਏ। ਮੋਨ ਬੰਡਾਲਵੀ ਮੌਤ ਕੇ ਅੱਗੇ ਗੂੜੀ ਨੀਂਦੇ ਸੋਏ। ਜ਼ਿੰਦਗੀ 4 ਅਵਸਥਾ ਹੁੰਦੀਆਂ ਨੇ, ਗੂੜੀ ਨੀਂਦੇ ਸੋਏ, ਉਠਾਲ ਸਕਾ ਨਾ ਕੋਏ, ਗੁਰੂ ਜੀ ਮੇਰੀ ਕਵਿਤਾ ਸ਼ਮ ਸ਼ਮ ਰੋਏ। इस कविता की अंबर कहानी अर्शा तो चल आई है बाणी, गूढ़ी नींद का गूढ़ा सदमा श्रद्धांजलि हंजू परोए। कामरेड नूं श्रद्धांजलि है, श्रद्धांजलि हंजू बोए, गुरु जी मेरी कविता शम शम रोए। ऐसी होनी है सब पे, ऐसी होनी है सब पे
सबने है इथों जाना ब्रह्मा विष्णु महेश कहाँ है होनी अगे खलोए गुरु जी मेरी कविता शम शम रोए जति सतीश ने आसी तर गए बड़े तो बड़े जति सतीश ने आसी तर गए इंद्र बलकारी जोग करेंदे जोगी मोहे बन मोहे तपधारी वेद पढ़े पढ़ पंडित मोहे दुनिया कौन बिचारी भूल गए शुद्धि सारी बेबस सब होए नियोगी बेबस सब ही रोए गुरु जी मेरी कविता जोगी जी मेरी कविता गुरु जी मेरी कविता जोगी जी मेरी कविता शम शम रोए मोहन लाल दे वाले है जे मेरी श्रद्धांजलि मोए गुरु जी मेरी कविता शम शम रोए प्रभु जी मेरी कविता शम शम रोए। थैंक यू वेरी मच जी गरेवाल साहब। कविता उन्होंने दे ये आपे दिल की डुगाई चों बिल्कुल है जी ये उछल उछल के बाहर आ रही थी। हाँ जी कईयां दी तो दिमाग चो हुंदी ना वो दिमाग चो तो इन्होंने बरत के लिखिया होएगा पर जिस हिसाब ना उन्होंने पेश की बिल्कुल हाँ जी उन्होंने दिल की डुगाई चों ऊपर जवान ते आ रही थी है जी पूरी श्रद्धांजलि उन्होंने अपने तह दिलों दी। और दो लाइना मैं इन्हों हैलो जी जय गुरदेव जय भीम कौन ते कित्थों साहब जी जय गुरदेव जय भीम जय भारत जय वाल्मीकि लैंगली तो महिंदर कौर। हाँ जी महिंदर कौर मोहन लाल मेरा भतीजा सी। हाँ जी ठीक है जी असी पंडित बख्शी दा मोहन लाल असी एक जगह इकट्ठे रहिंदे सीगे। हाँ हाँ अच्छा ते अज मेरे बड़ाले की सांझ मुक गई जी ते मैं उन्होंने श्रद्धांजलि पेश करदी हां अपने परिवार वालों अपने वालों जी जी ते 25 पाउंड काची टीवी नूं। थैंक यू। मेरे को ऐसे जे मेरे को नंबर नहीं चेक होंदा मैं कोई नहीं पैसे तो कल नूं पहुंचा दूंगी। कोई नहीं हाँ जी हाँ जी जिगरा रखो हौली उठदे हाँ तुसीं साडी भैन आ असी भी भरावां वांगू सीगे जिस तरह मैं कहा पता है बिल्कुल हाँ जी एक बार मैं लैके भी आई थी मोहन लाल नूं जी पर उस वेले उन्हां दी आवाज़ कन्नां तो भी नहीं सी सुनदा बिल्कुल बिल्कुल हाँ जी निगाह भी घट हो गई थी हाँ शुगर का करके जी हुण लॉकडाउन का करके सब तो मिल भी नहीं होया छेती जी बहुत परेशानी च भी रहिंदे सी। बस ये आ कि टाइम इहो जिहा भैन जी लॉकडाउन दे विच कुछ नहीं कर सकते असीं हाँ जी हाँ तुहाडे कोल तां दविंदर उन्हां कोल मेरा बहुत बहुत अफसोस है सरदारी भेंट करदे आ। थैंक यू हाँ जी थैंक यू बाय। इसे लिए कहते हैं दविंदर जी हाँ जी जिस दिन बंद कर लई हमने आंखें जी जिस दिन बंद कर लई हमने आंखें कई आंखों में उस दिन आंसू बरसेंगे उस दिन कई आंखों में आंसू बरसेंगे जो कहते रहे बहुत तंग करते हैं हम वही हमारी एक झलक को तरसेंगे। वाह अज इहो जिहा वक्त है। हेलो जी जय गुरदेव जय भीम कौन कित्थों साहब जी। हाँ जी जय गुरदेव अपने प्यारे लाल जी मैं डेविड राम बोल रहा
ਤੁਹਾਡਾ ਸਵਾਗਤ ਹੈ ਜੀ। ਕੀ ਕਹਿਣਾ ਚਾਹੁੰਦੇ? ਹਾਂਜੀ, ਉਹ ਕਈ ਵਾਰੀ ਫਿਰ ਥੋੜ੍ਹਾ ਲੇਟ ਆਉਣ ਨਾਲ ਫਿਰ ਸਮਾਂ ਨਹੀਂ ਮਿਲਦਾ। ਮੈਂ ਕਿਹਾ ਚੱਲ ਅੱਜ ਆਪਾਂ ਸ਼ਿਰਕਤ ਜ਼ਰੂਰ ਕਰੀਏ, ਕਿਉਂਕਿ ਸਾਡੇ ਕੋਲ ਥੋੜ੍ਹਾ ਅਰਲੀ ਸੀਗਾ ਟਾਈਮ, ਤੇ ਬਹੁਤ ਵਧੀਆ ਪ੍ਰੋਗਰਾਮ ਹੈ ਅੱਜ। ਉੱਦਾਂ ਵੀ ਤੁਸੀਂ ਮੈਂ ਕਿਹਾ ਘੰਟਾ ਲੇਟ ਨਹੀਂ ਆਏ। ਹਾਂਜੀ, ਅਸੀਂ ਪਹਿਲਾਂ ਲਾ ਕੇ ਦੇਖਿਆ ਸੀਗਾ। ਤੇ ਇੱਕ ਮੈਂ ਮਾੜੀ ਜਿਹੀ ਛੋਟੀ ਜਿਹੀ ਕਵਿਤਾ ਸੁਣਾਉਣੀ ਚਾਹੁੰਦਾ, ਜ਼ਿੰਦਗੀ ਦਾ ਸੱਚ। ਜੀ ਜੀ, ਇਜਾਜ਼ਤ ਹੋਵੇ ਤਾਂ ਬੋਲ ਦਿਓ ਜੀ, ਬੋਲ ਦਿਓ। ਇਹ ਦੁਨੀਆ ਤਾਂ ਇੱਕ ਮੇਲਾ ਹੈ, ਕੋਈ ਤੁਰ ਜਾਂਦਾ ਕੋਈ ਆ ਜਾਂਦਾ। ਇਹ ਦੁਨੀਆ ਤਾਂ ਇੱਕ ਮੇਲਾ ਹੈ, ਕੋਈ ਤੁਰ ਜਾਂਦਾ ਕੋਈ ਆ ਜਾਂਦਾ। ਕੋਈ ਫੁੱਲਾਂ ਨਾਲ ਵੀ ਖੁਸ਼ ਨਹੀਂ ਤੇ ਕੋਈ ਕੰਡਿਆਂ ਨਾਲ ਨਿਭਾ ਜਾਂਦਾ। ਕੋਈ ਫੁੱਲਾਂ ਨਾਲ ਵੀ ਖੁਸ਼ ਨਹੀਂ ਤੇ ਕੋਈ ਕੰਡਿਆਂ ਨਾਲ ਨਿਭਾ ਜਾਂਦਾ। ਇਹ ਦੁਨੀਆ ਤਾਂ ਇੱਕ ਮੇਲਾ ਹੈ, ਕੋਈ ਤੁਰ ਜਾਂਦਾ ਕੋਈ ਆ ਜਾਂਦਾ। ਕੋਈ ਖੁਸ਼ੀਆਂ ਮਨਾਉਂਦਾ ਨਹੀਂ ਥੱਕਦਾ ਤੇ ਕੋਈ ਦੁੱਖਾਂ ਵਿੱਚ ਉਮਰ ਲਗਾ ਜਾਂਦਾ। ਕੋਈ ਖੁਸ਼ੀਆਂ ਮਨਾਉਂਦਾ ਨਹੀਂ ਥੱਕਦਾ ਤੇ ਕੋਈ ਦੁੱਖਾਂ ਵਿੱਚ ਉਮਰ ਲਗਾ ਜਾਂਦਾ। ਇਹ ਦੁਨੀਆ ਤਾਂ ਇੱਕ ਮੇਲਾ ਹੈ, ਕੋਈ ਤੁਰ ਜਾਂਦਾ ਕੋਈ ਆ ਜਾਂਦਾ। ਕੋਈ ਪਰਦੇ ਵਿੱਚ ਦਿਲ ਤੋੜ ਜਾਂਦਾ ਤੇ ਕੋਈ ਸਾਂਝ ਉਮਰ ਦੀ ਪਾ ਜਾਂਦਾ। ਕੋਈ ਪਰਦੇ ਵਿੱਚ ਦਿਲ ਤੋੜ ਜਾਂਦਾ ਤੇ ਕੋਈ ਸਾਂਝ ਉਮਰ ਦੀ ਪਾ ਜਾਂਦਾ। ਇਹ ਦੁਨੀਆ ਤਾਂ ਇੱਕ ਮੇਲਾ ਹੈ, ਕੋਈ ਤੁਰ ਜਾਂਦਾ ਕੋਈ ਆ ਜਾਂਦਾ। ਕੋਈ ਤੁਰ ਜਾਂਦਾ ਕੋਈ ਆ ਜਾਂਦਾ। ਜੋ ਬੋਲੇ ਸੋ ਨਿਰਭੈ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ। ਜੈ, ਥੈਂਕ ਯੂ ਜੀ, ਵੈਰੀ ਨਾਈਸ, ਵੈਰੀ ਨਾਈਸ ਜੀ। ਅਸੀਂ ਮੋਹਨ ਲਾਲ ਹੋਣਾ ਦੇ ਫਾਦਰ, ਉਹਨਾਂ ਦੇ ਬਾਰੇ ਵੀ ਗੱਲ ਕਰਦੇ ਸੀਗੇ, ਤੇ ਉਹ ਉਹਨਾਂ ਦੀ ਫੋਟੋ ਨਹੀਂ ਦਿਖਾਈ ਗਈ। ਟੈਕਨੀਸ਼ੀਅਨ ਜੀ ਉਹਨਾਂ ਦੀ ਫੋਟੋ ਵੀ ਦਿਖਾ ਦਿਓ। ਔਰ ਦੇਖੋ ਨਾ, हाँ जी, पंडित बख्शी राम जी बिल्कुल मोहन लाल उन्होंने बिल्कुल इन्हों चेहरे मिलते जी। हाँ जी, ते वो बेशक क्लीन शेप से मोहन लाल जी। बहुत लंबी उम्र इन्होंने मतलब संघर्ष किया, 90 साल की उम्र के मतलब पूरे हुए हैं। दसो ना जी। हेलो जी, जय गुरदेव, जय पी कौन ते कित्थों साहब जी? मैं कमला बोल रही हाँ। हाँ जी भाजी। हाँ जी, हाँ जी कमला जी, थोड़ा स्वागत है। जय गुरदेव जी ਤੁਹਾਨੂੰ ਸਾਰਿਆਂ ਨੂੰ ਜੀ। ਤੇ ਜਿੱਥੋਂ ਤੱਕ ਵੀ ਸਾਡੀ ਸੰਗਤ ਸੁਣ ਰਹੀ ਹੈ ਸਭ ਨੂੰ ਜੈ ਗੁਰਦੇਵ। ਤੁਹਾਨੂੰ ਵੀ ਜੈ ਗੁਰਦੇਵ ਜੀ। ਹਾਂਜੀ, ਇਹ ਰੱਬੀ ਗਿਆਨ ਦੀ ਜੋਤ ਦਾ ਆ, ਇਹ ਵੀ ਮੀਰਾਂ ਦਾ ਆ। ਇੱਕ ਸ਼ਬਦ ਅੱਜ ਮੈਂ ਵੀ ਮੀਰਾਂ ਤੇ ਗਈ ਆ। ਜੀ ਜੀ। ਸਾਡੀ ਭੈਣ ਜੀ ਵੀ ਸੁਣਾ ਕੇ ਗਈ ਸੀਗੀ, ਬਹੁਤ ਹੀ ਵਧੀਆ ਸੀਗਾ। ਜੀ ਜੀ। ਉਹ ਵੀ ਤੇ ਮੈਂ ਵੀ ਚਲੋ ਮੈਂ ਕਿਹਾ ਮੀਰਾਂ ਤੇ ਸੁਣਾ ਦਿੰਨੀ ਆ ਨਾ। ਸੁਣਾ ਦਿਓ, ਸੁਣਾਓ। ਹਾਂਜੀ ਹਾਂਜੀ। ਰੱਬੀ ਗਿਆਨ ਦੀ ਜੋਤ ਜਗਾ ਦੇ, ਮੀਰਾਂ ਦਾ ਮਨ ਭਟਕ ਰਿਹਾ। ਮੇਰੀ ਆਤਮਾ ਨੂੰ ਅਮਰ ਬਣਾ ਦੇ, ਮੀਰਾਂ ਦਾ ਮਨ ਭਟਕ ਰਿਹਾ। ਮੀਰਾਂ ਦਾ ਮਨ ਭਟਕ ਰਿਹਾ। ਰੱਬੀ ਗਿਆਨ ਦੀ ਜੋਤ ਜਗਾ ਦੇ, ਮੀਰਾਂ ਦਾ ਮਨ ਭਟਕ ਰਿਹਾ। ਮੇਰੀ ਆਤਮਾ ਨੂੰ ਅਮਰ ਬਣਾ ਦੇ, ਮੀਰਾਂ ਦਾ ਮਨ ਭਟਕ ਰਿਹਾ। ਮੀਰਾਂ ਦਾ ਮਨ ਭਟਕ ਰਿਹਾ। ਪੁੰਨ ਦਾਨ ਬੜ ਕੀਤੇ ਤੀਰਥਾਂ ਤੇ ਜਾ ਕੇ ਮੈਂ, ਸਾਧੂਆਂ ਦੀ ਸੇਵਾ ਕੀਤੀ ਮਨ ਚਿੱਤ ਲਾ ਕੇ ਮੈਂ, ਮਨ ਚਿੱਤ ਲਾ ਕੇ ਮੈਂ। ਮੂੜੀ ਸਭ ਤਾਂ ਹੀ ਸਮਾਂ ਮੈਂ ਗਵਾ ਕੇ, ਮੀਰਾਂ ਦਾ ਮਨ ਭਟਕ ਰਿਹਾ। ਮੇਰੀ ਆਤਮਾ ਨੂੰ ਅਮਰ ਬਣਾ ਦੇ, ਮੀਰਾਂ ਦਾ ਮਨ ਭਟਕ ਰਿਹਾ। ਮੀਰਾਂ ਦਾ ਮਨ ਭਟਕ ਰਿਹਾ।
ਰੱਬ ਦੀ ਥਾਂ ਬਣੇ ਅੱਜ ਪੈਸੇ ਦੇ ਪੁਜਾਰੀ ਨੇ ਪੈਸੇ ਪਿੱਛੇ ਬੈਠੇ ਸਭ ਪੈਸੇ ਪਿੱਛੇ ਸਭ ਬੈਠੇ ਰੱਬ ਨੂੰ ਵਿਸਾਰੀ ਨੇ ਰੱਬ ਨੂੰ ਵਿਸਾਰੀ ਨੇ ਰੱਬ ਵੇਚਦੇ ਨੇ ਚਿਮਟਾ ਜਾ ਕੇ ਮੀਰਾਂ ਦਾ ਮਨ ਭਟਕ ਰਿਹਾ ਮੇਰੀ ਆਤਮਾ ਨੂੰ ਅਮਰ ਬਣਾ ਦੇ ਮੀਰਾਂ ਦਾ ਮਨ ਭਟਕ ਰਿਹਾ ਮੀਰਾਂ ਦਾ ਮਨ ਭਟਕ ਰਿਹਾ ਗੁਰੂ ਦੇ ਗਿਆਨ ਬਿਨ ਜਗ ਤੇ ਹਨੇਰ ਹੈ ਆਤਮਾ ਲਈ ਗੁਰੂ ਦਾ ਗਿਆਨ ਹੀ ਸਵੇਰ ਹੈ ਆਤਮਾ ਲਈ ਗੁਰੂ ਦਾ ਗਿਆਨ ਹੀ ਸਵੇਰ ਹੈ ਗਿਆਨ ਹੀ ਸਵੇਰ ਹੈ ਦਾਰੇ ਉੱਤੇ ਆਈ ਰਹਿਮ ਕਮਾ ਕੇ ਮੀਰਾਂ ਦਾ ਮਨ ਭਟਕ ਰਿਹਾ ਮੇਰੀ ਆਤਮਾ ਨੂੰ ਅਮਰ ਬਣਾ ਦੇ ਮੀਰਾਂ ਦਾ ਮਨ ਭਟਕ ਰਿਹਾ ਮੀਰਾਂ ਦਾ ਮਨ ਭਟਕ ਰਿਹਾ ਰੱਬੀ ਗਿਆਨ ਦੀ ਜੋਤ ਜਗਾ ਦੇ ਮੀਰਾਂ ਦਾ ਮਨ ਭਟਕ ਰਿਹਾ ਮੇਰੀ ਆਤਮਾ ਨੂੰ ਅਮਰ ਬਣਾ ਦੇ ਮੀਰਾਂ ਦਾ ਮਨ ਭਟਕ ਰਿਹਾ ਮੀਰਾਂ ਦਾ ਮਨ ਭਟਕ ਰਿਹਾ ਬਹੁਤ ਥੈਂਕ ਯੂ ਭਾਜੀ ਥੈਂਕ ਯੂ ਬਹੁਤ ਹੀ ਨਾਈਸ ਜਿਹੜੇ ਕਵਿਤਾ ਵੀ ਔਰ ਆਵਾਜ਼ ਵੀ ਔਰ ਸੁਰ ਵੀ ਬਹੁਤ ਅੱਛਾ ਸ਼ਰਧਾਂਜਲੀ ਇਹਨਾਂ ਦੀ ਹੈ ਥੈਂਕ ਯੂ ਵੈਰੀ ਮਚ ਜੀ ਤੁਸੀਂ ਕੀ ਕਰਨਾ ਹੈ ਹਾਂਜੀ ਮੈਂ ਇੱਕ ਵਾਰੀ ਫਿਰ ਆਪਣੇ ਜਿਹੜੀ ਹੈਗੀ ਅਰੇਂਜਮੈਂਟਸ ਹੈ ਨਾ ਉਹ ਮੈਂ ਸਾਂਝੇ ਕਰਨੇ ਚਾਹੁੰਦਾ ਹਾਂ ਦੁਬਾਰਾ ਦੱਸਿਓ ਜੀ ਲੇਟ ਪ੍ਰੋਗਰਾਮ ਜਗ ਮਿਸ ਕਰ ਜਾਂਦੇ ਆ ਕਰਕੇ ਜਿਹੜੇ ਉਹਨਾਂ ਦਾ ਅੰਤਿਮ ਜਿਹੜੇ ਸੰਸਕਾਰ ਹੈਗੇ ਆ ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਮੋਹਨ ਲਾਲ ਗਰੇਵਾਲ ਜੀ ਦੇ ਜਿਹੜੇ ਅੰਤਿਮ ਜਿਹੜੇ ਹੈਗੇ ਸੰਸਕਾਰ ਉਹਨਾਂ ਦੇ ਅੰਤਿਮ ਸੰਸਕਾਰ ਜਿਹੜੇ ਹੈਗੇ ਉਹ ਮੰਗਲਵਾਰ 22 ਜੂਨ ਨੂੰ ਆ ਜੀ ਟਿਊਜ਼ਡੇ 22 ਜੂਨ ਜੀ ਉਹਨਾਂ ਦਾ ਅੰਤਿਮ ਦਰਸ਼ਨ ਜਿਹੜੇ ਤੁਸੀਂ ਕਰ ਸਕਦੇ ਹੈਗੇ ਸ਼੍ਰੀ ਗੁਰੂ ਰਵਿਦਾਸ ਭਵਨ 1 ਯੂਨੀਅਨ ਰੋਡ ਹੈਂਡਸਵਰਥ ਵਿਖੇ ਜਿਹੜਾ ਕਿ ਟਾਈਮ ਹੈਗਾ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਜੀ ਔਰ ਉਸ ਤੋਂ ਬਾਅਦ ਜਿਹੜਾ 10 ਵਜੇ ਕ੍ਰੈਮੇਟੋਰੀਅਮ ਸਰਵਿਸ ਹੈਗਾ ਸੈਂਡਵਿਲ ਵੈਲੀ ਕ੍ਰੈਮੇਟੋਰੀਅਮ ਨਿਊ ਟਾਊਨ ਵੈਸਟਰੋਮ ਵਿੱਚ ਆ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਫਿਰ 11 ਵਜੇ ਸਹਿਜ ਪਾਠ ਦਾ ਭੋਗ ਕੀਰਤਨ ਅਤੇ ਗੁਰੂ ਕਾ ਲੰਗਰ ਇਹ ਸਾਰਾ ਜਿਹੜਾ ਪ੍ਰੋਗਰਾਮ ਹੈਗਾ ਇਹ ਸ਼੍ਰੀ ਗੁਰੂ ਰਵਿਦਾਸ ਭਵਨ 1 ਯੂਨੀਅਨ ਰੋਡ ਹੈਂਡਸਵਰਥ ਵਿਖੇ ਹੋਵੇਗਾ ਜੀ ਥੋੜ੍ਹਾ ਜਿਹਾ ਨੰਬਰ ਦੀ ਵੀ ਰਿਕੁਐਸਟ ਕਰ ਦਿਓ ਪਰਿਵਾਰ ਵੱਲੋਂ ਹਾਂਜੀ ਜੀ ਕਰਕੇ ਜਿਹੜੇ ਨੰਬਰ ਤਾਂ ਆਪਾਂ ਜਿੱਦਾਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਕ੍ਰੈਮੇਟੋਰੀਅਮ ਤੇ ਉੱਤੇ ਤਾਂ ਲਿਮਿਟਡ ਜਿਹੜੇ ਮੈਂਬਰ ਹੀ ਜਾ ਸਕਦੇ ਆ 30 ਮੈਂਬਰ ਜਾ ਸਕਦੇ ਹੈਗੇ ਗੁਰਦੁਆਰੇ ਵੀ ਜਦੋਂ ਆਪਾਂ ਹਾਲ ਦੇ ਅੰਦਰ ਹੋਣਾ ਉੱਥੇ ਵੀ ਲਿਮਿਟਡ ਹੋਣੇ ਆ ਪਰ ਗੁਰਦੁਆਰੇ ਵਿੱਚ ਇੱਦਾਂ ਕਿ ਤੁਸੀਂ ਬਾਹਰ ਜਿਹੜੇ ਆ ਖੜੇ ਹੋ ਸਕਦੇ ਆ ਜਾਂ ਜਦੋਂ ਦਰਸ਼ਨ ਕਰਨੇ ਤੁਸੀਂ ਅੰਦਰ ਦੀ ਗੇੜਾ ਕੱਢ ਕੇ ਆ ਸਕਦੇ ਹੈਗੇ ਉੱਥੇ ਜ਼ਿਆਦਾ ਬੰਦੇ ਵੀ ਹੋ ਸਕਦੇ ਪਰ ਜਿਹੜੇ ਇਨਸਾਈਡ ਐਟ ਏ ਟਾਈਮ ਜਿਹੜੇ ਹੋਣੇ ਆ ਉਹ ਲਿਮਟਡ ਹੀ ਹੋਣੇ ਹੋ ਸਕਦੇ ਆ ਸੋ ਸਾਰਿਆਂ ਨੂੰ ਪਰਿਵਾਰ ਵੱਲੋਂ ਬੇਨਤੀ ਆ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਤੇ ਤੁਸੀਂ ਜ਼ਰੂਰ ਸ਼ਰਧਾਂਜਲੀ ਆਪਣੇ ਤਰੀਕੇ ਨਾਲ ਗੁਰਦੁਆਰੇ ਬਾਹਰ ਖੜੇ ਹੋ ਕੇ ਉਹਨਾਂ ਨੂੰ ਅਲਵਿਦਾ ਕਹਿ ਸਕਦੇ ਹਾਂ ਜੀ ਸੋ ਪਿਆਰੇ ਦਰਸ਼ਕੋ ਕੋਈ ਅੱਜ ਤੁਰਿਆ ਕੋਈ ਕੱਲ੍ਹ ਤੁਰਿਆ ਇਹ ਦੁਨੀਆ ਪਰਾਉਣੀ 2 ਦਿਨ ਦੀ ਇੱਕ ਗੱਲ ਇਹ ਹੈਗੀ ਆ ਵੀ ਸਾਨੂੰ ਜਿਸਲੇ ਕੋਈ ਚਲੇ ਜਾਂਦਾ ਦੁੱਖ ਬੜਾ ਲੱਗਦਾ ਕੋਈ ਮਿੱਤਰ ਪਿਆਰਾ ਸੱਜਣ ਰਿਸ਼ਤੇਦਾਰ ਚਲੇ ਜਾਂਦਾ ਸਾਨੂੰ ਬੜਾ ਦੁੱਖ ਲੱਗਦਾ ਉਹ ਇੱਕ ਸਾਡਾ ਰਿਸ਼ਤਾ ਨਾਤਾ ਹੈਗਾ ਜਿਹੜਾ ਦਿਲ ਦੇ ਵਿੱਚ ਪਿਆਰ ਹੁੰਦਾ ਪਰ ਦੇਖੋ ਜਿਹੜੇ ਸਾਥੀਆਂ ਨੇ ਸਮਾਜ ਲਈ ਕੰਮ ਕੀਤਾ ਲੋਕਾਂ ਲਈ ਕੰਮ ਕਰਦੇ ਆ ਜਿਨ੍ਹਾਂ ਦੇ ਦਿਲ 'ਚ ਲੋਕਾਂ ਲਈ ਹਮਦਰਦੀ ਆ ਲੋਕਾਂ ਲਈ ਜੀਵਨ ਲਾਇਆ ਉਹ ਲੋਕ ਜਿਹੜੇ ਆ ਅਮਰ ਹੋ ਜਾਂਦੇ ਆ ਬਿਲਕੁਲ ਉਹਨਾਂ ਨੂੰ ਹਮੇਸ਼ਾ ਲੋਕ ਯਾਦ ਰੱਖਦੇ ਹੈਗੇ ਆ ਉਹ ਚਾਹੇ ਤੁਸੀਂ ਦੇਖ ਲਓ ਚਾਹੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਦੀ ਗੱਲ ਹੋਵੇ ਤੇ ਚਾਹੇ ਮੌਜੂਦਾ ਹਾਲਾਤ ਹੁਣ ਇਸ ਸਮੇਂ ਦੀ ਗੱਲ ਹੋਵੇ ਮਤਲਬ ਅਸੀਂ ਉਹਨਾਂ ਲੋਕਾਂ ਨੂੰ ਅਕਸਰ ਯਾਦ ਕਰਦੇ ਆ ਜਿਨ੍ਹਾਂ ਨੇ ਲੋਕਾਂ ਲਈ ਕੰਮ ਕੀਤੇ ਆ ਬਿਲਕੁਲ ਜਿਨ੍ਹਾਂ ਲੋਕਾਂ ਲਈ ਕੰਮ ਨਹੀਂ ਕੀਤੇ ਨਾ ਉਹਨਾਂ ਨੂੰ ਲੋਕ ਭੁੱਲ ਜਾਂਦੇ ਆ ਬਿਲਕੁਲ ਹੈ ਜੀ ਸੋ ਜਿਹੜੇ ਬੰਦੇ ਵੀ ਹੈਗੇ ਔਰ ਜ਼ਰੂਰੀ ਹੈ ਕਿ ਸਮਾਜ ਵਿੱਚ ਕਰਕੇ ਅਸੀਂ ਸਮਾਜ ਦਾ ਹਿੱਸਾ ਆ ਹਰੇਕ ਆਦਮੀ ਨੂੰ ਚਾਹੀਦਾ ਕਿ ਸਮਾਜ ਲਈ ਜਿੰਨਾ ਵੀ ਆਪਣਾ ਯੋਗਦਾਨ ਪਾ ਸਕਦਾ ਉਹ ਪਾਉਣਾ ਚਾਹੀਦਾ ਗੁੱਡ ਖਾਸ ਕਰਕੇ ਜਿਹੜੇ ਹਾਲੇ ਆਪਣੇ ਸਮਾਜ ਭਾਰਤ ਦਾ ਜਿਹੜਾ ਸਮਾਜ ਹੈਗਾ ਆ
ਪੂਰੇ ਭਾਰਤ ਦੀ ਗੱਲ ਕਰਦਾ ਕਿ ਉਹਦੇ ਵਿੱਚ ਹਾਲੇ ਬਹੁਤ ਸਾਰੀਆਂ ਖਾਮੀਆਂ ਆ ਜੀ, ਬਹੁਤ ਸਾਰੇ ਗੁਣ ਵੀ ਆ, ਬਹੁਤ ਸਾਰੀਆਂ ਖੂਬੀਆਂ ਵੀ ਆ। ਕੋਲ ਲੈ ਲਈਏ। ਹਾਂਜੀ, ਹੈਲੋ ਜੀ, ਜੈ ਗੁਰਦੇਵ, ਜੈ ਪੀ, ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ ਜੀ। ਹਾਂਜੀ ਹਾਂਜੀ ਸਰ, ਗਰੇਵਾਲ ਫਰਮ ਆਕਸਫੋਰਡ। ਹਾਂਜੀ, ਤੁਹਾਡਾ ਸਵਾਗਤ ਹੈ ਫਿਰ ਜੀ ਗਰੇਵਾਲ ਜੀ। ਹਾਂਜੀ ਮਹਾਰਾਜ, ਗੱਲ ਇਹ ਸੀ ਜੀ, ਮੋਹਨ ਕਦੀ ਕਦੀ ਮੈਨੂੰ ਸੁਣਾਉਂਦਾ ਹੁੰਦਾ ਸੀ, ਨੀ ਨਾ ਸਤਾਵੋ ਠੋਕਰੋ। ਹਾਂ, ਮੈਂ ਸੁਣਾਇਆ ਸੀ ਪਿਛਲੀ ਵਾਰੀ। ਮੇਰੀ ਤਾਂ ਮੰਜ਼ਿਲ ਹੋਰ ਹੈ। ਹਾਂ, ਦੂਰ ਹੈ। ਹਾਂ, ਹੋ ਦੂਰ ਹੈ। ਹਾਂ, ਜਿਸ ਦੀ ਆਪਣੀ ਜ਼ਿੰਦਗੀ, ਇਹਦੇ ਨਾਲ ਮੈਂ ਆਪ ਜੋੜਿਆ ਹੁਣ। ਜੀ ਜੀ। ਜਿਸ ਦੀ ਆਪਣੀ ਜ਼ਿੰਦਗੀ, ਜਿਸ ਦੀ ਆਪਣੀ ਤੋਰ ਹੈ, ਨੀ ਨਾ ਸਤਾਵੋ ਠੋਕਰੋ, ਮੇਰੀ ਤਾਂ ਮੰਜ਼ਿਲ ਦੂਰ ਹੈ। ਜੀ। ਫਿਰ ਤੁਖ ਦੇ ਅੰਗਾਰ ਨੂੰ ਮੈਂ ਹੱਥ ਜਾ ਕੇ ਪਾ ਲਿਆ। ਇਹ ਵੀ ਉਹ ਗਾਉਂਦੇ ਹੁੰਦੇ ਸੀ। ਜੀ ਜੀ। ਤੁਖ ਦੇ ਅੰਗਾਰ ਨੂੰ ਮੈਂ ਹੱਥ ਜਾ ਕੇ ਪਾ ਲਿਆ। ਜ਼ਿੰਦਗੀ ਨੇ ਮੋਹਨ ਤਾਈ ਬਹੁਤ ਹੀ ਸਤਾ ਲਿਆ। ਤੁਖ ਦੇ ਅੰਗਾਰ ਨੂੰ ਹੱਥ ਜਾ ਕੇ ਪਾ ਲਿਆ, ਜ਼ਿੰਦਗੀ ਨੇ ਮੋਹਨ ਤਾਈ ਬਹੁਤ ਹੀ ਸਤਾ ਲਿਆ। ਇਹੀ ਮੇਰੀ ਲੋੜ ਹੈ, ਨੀ ਨਾ ਸਤਾਵੋ ਠੋਕਰੋ, ਮੇਰੀ ਥੋੜ ਹੈ, ਨੀ ਨਾ ਸਤਾਵੋ ਠੋਕਰੋ, ਮੇਰੀ ਤਾਂ ਮੰਜ਼ਿਲ ਹੋਰ ਹੈ। ਉਹ ਅੱਜ ਆਪਣੀ ਮੰਜ਼ਿਲ ਨੂੰ ਪਾ ਗਏ ਆ। ਬਿਲਕੁਲ। ਦੁੱਖ ਵੀ ਆ, ਪਰ ਫੇਰ ਵੀ ਇਸ ਜੱਗ ਤੋਂ ਜਾਣਾ ਸਾਰੇ ਆ। ਮੈਂ ਪਿਛਲੀ ਕਵਿਤਾ 'ਚ ਕਹਿ ਚੁੱਕਾ ਹਾਂ। ਤੇ ਮੈਂ ਧੰਨਵਾਦ ਕਰਦਾ, ਤੁਸੀਂ ਮੈਨੂੰ ਬਹੁਤ ਟਾਈਮ ਦੇ ਦਿੱਤਾ। ਥੈਂਕ ਯੂ ਜੀ, ਥੈਂਕ ਯੂ। ਬੜੇ ਰਹਾਜ ਗਾਉਂਦੇ ਹੁੰਦੇ ਸੀ ਇਹੋ। ਹਾਂਜੀ ਹਾਂਜੀ, ਬਹੁਤ ਬਹੁਤ। ਹਾਂ, ਇਹਦੇ ਇੱਕ ਗੱਲ ਹੈਗੀ ਆ ਵੀ ਇਨਸਾਨ ਜਿਹੜਾ ਉਹਦੇ ਮਨ 'ਚ ਖਾਸ਼ਾਂ ਬਹੁਤ ਵਾ ਜੀ, ਜਿਹੜਾ ਤੁਹਾਨੂੰ ਦੁੱਖ ਦਿੰਦੀਆਂ ਫਿਰ ਜਿਹੜੇ ਵਿਛੋੜਾ ਪੈਂਦਾ ਹੈ ਜੀ, ਭਾਵੇਂ ਤੁਹਾਡਾ ਰਿਸ਼ਤੇਦਾਰ ਹੋਵੇ, ਭਾਵੇਂ ਮਿੱਤਰ ਪਿਆਰਾ ਹੋਵੇ, ਉਹਦੇ ਲਈ ਇੱਕ ਲਾਈਨ ਹੀ ਆ, ਮਨ ਖਾਸ਼ਾਂ ਵਿੱਚ ਭਟਕਦਾ ਰਿਹਾ, ਮਨ ਖਾਸ਼ਾਂ ਵਿੱਚ ਭਟਕਦਾ ਰਿਹਾ ਔਰ ਜ਼ਿੰਦਗੀ ਹਮੇ ਜੀ ਕਰ ਚਲੇ ਗਈ। ਜਿਹੜੀਆਂ ਖਾਸ਼ਾਂ ਉਹ ਪੂਰੀਆਂ ਨਹੀਂ ਹੋਈਆਂ, ਜ਼ਿੰਦਗੀ ਜੀ ਕਰ ਚਲੇ ਗਏ। ਜਿਹੜਾ ਆਪਣੀ ਲਾਈਫ ਹੈ ਨਾ, ਉਹਦਾ ਟਾਈਮ ਖਤਮ ਹੋ ਗਿਆ, ਪਰ ਜਿਹੜੀਆਂ ਮਨ 'ਚ ਖਾਸ਼ਾਂ ਸੀਗੀਆਂ ਕਿ ਮੈਂ ਆਹ ਕਰਨਾ ਹਾਲੇ ਆਹ ਕਰਨਾ ਹੈ ਜੀ, ਉਹ ਜਿਹੜੀਆਂ ਮਨ ਵਿੱਚ ਰਹਿ ਗਈਆਂ ਔਰ ਜਿਹੜਾ ਜ਼ਿੰਦਗੀ ਦਾ ਸਫ਼ਰ ਸੀਗਾ ਉਹ ਖਤਮ ਹੋ ਗਿਆ। ਹਾਂਜੀ, ਤੁਸੀਂ ਕੋ ਕਹਿੰਦੇ ਸੀ? ਹਾਂ, ਮੈਂ ਗੱਲ ਕਰਦਾ ਸੀਗਾ। ਇੱਕ ਮਿੰਟ ਠਹਿਰਿਓ। ਹੈਲੋ ਜੀ, ਜੈ ਗੁਰਦੇਵ, ਜੈ ਪੀ, ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ ਜੀ। ਜੀ, ਮੈਂ ਸਵਰਨ ਰਾਹੀ ਬੋਲ ਰਿਹਾ ਸਾਊਥ ਹਾਲ ਤੋਂ ਜੀ। ਰਾਹੀ ਸਾਹਿਬ, ਤੁਹਾਡਾ ਸਵਾਗਤ ਹੈ ਕਾਸ਼ੀ ਟੀਵੀ ਤੇ। ਮੈਂ ਬਾਹਲਾ ਲੰਬਾ ਟਾਈਮ ਥੋੜਾ ਹੀ ਰਹਿੰਦਾ, ਬਾਹਲਾ ਲੰਬਾ ਚੌੜਾ ਨਹੀਂ। ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਪਰਿਵਾਰ, ਸਾਰੇ ਪਰਿਵਾਰ ਵੱਲੋਂ ਜੀ ਮੋਹਨ ਲਾਲ ਜੀ ਦੇ ਸਾਰੇ ਹੀ ਪਰਿਵਾਰ ਨੂੰ ਸ਼ਰਧਾਂਜਲੀ ਭੇਂਟ ਕਰਦਾ ਆ ਜੀ। ਤੇ ਦੂਸਰਾ ਮੈਂ ਇਹ ਕਹਿਣਾ ਚਾਹੁੰਦਾ ਕਿ ਉਸ ਸਾਡੇ ਜ਼ਮਾਨੇ ਦੇ ਵਿੱਚ ਜਾਣੀ ਜਿੰਨੀ ਕੁ ਮੋਹਨ ਹੋਣਾ ਦੀ ਉਮਰ ਆ, ਉਨੀ ਕੀ ਮੇਰੀ ਉਮਰ ਆ। ਤੇ ਮੋਹਨ ਹੁਣੀ ਸਭ ਤੋਂ ਸਾਡੀ ਕੌਮ ਦੇ ਵਿੱਚ ਵੱਧ ਪੜ੍ਹੇ ਲਿਖੇ ਸੀ। ਬਿਲਕੁਲ, ਹਾਂਜੀ। ਤੇ ਇਹਨਾਂ ਦੇ ਵਰਗਾ ਜਾਣੀ ਕੌਮ ਦਾ ਜਿਹੜਾ ਅਣਥੱਕ ਮਿਹਨਤ ਕਰਨ ਵਾਲਾ ਜਿਹੜਾ ਲੀਡਰ ਹੋਣਾ ਚਾਹੀਦਾ ਸੀ, ਉਦਾਂ ਦਾ ਸਾਨੂੰ ਲੀਡਰ ਵੀ ਮਿਲਿਆ ਜੀ। ਦੂਸਰਾ ਸੀ ਕਿ ਇਹਨਾਂ ਦੇ ਪਿਤਾ ਜੀ ਹੋਣੀ ਜੀ, ਪੰਡਤ ਬਖਸ਼ੀ ਰਾਮ ਜੀ ਜੀ, ਸਾਡੀ ਕੌਮ ਨੂੰ ਕੋਈ ਸਕੂਲ ਨਹੀਂ ਸੀ ਜਾਣ ਦਿੰਦਾ। ਬਿਲਕੁਲ। ਸਾਡੀ ਕੌਮ ਨੂੰ ਕੋਈ ਅੱਗੇ ਨਹੀਂ ਸੀ ਆਉਣ ਦਿੰਦਾ। ਉਹਨਾਂ ਨੂੰ ਪੰਡਤ ਦਾ ਖਿਤਾਬ ਮਿਲਿਆ ਹੋਇਆ ਸੀ। ਉਹ ਵੀ ਤਾਂ ਕਿਸੇ ਪਰਸਨ, ਕਿਸੇ ਬੰਦਿਆਂ ਨੇ ਦਿੱਤਾ ਸੀ ਜੀ। ਤਾਂ ਆਪਣੇ ਆਪ ਨੂੰ ਇਹੋ ਜਿਹਾ ਬਣਾਓ ਕਿ ਦੂਸਰੇ ਲੋਕ ਸਾਨੂੰ ਚੰਗਾ ਕਹਿਣ ਜੀ। ਤੀਸਰੇ ਸਾਡੇ ਗੁਰਦਾਸ ਰਾਮ ਜੀ, ਜਿਨ੍ਹਾਂ ਨੂੰ ਆਲਮ ਦਾ ਖਿਤਾਬ ਦਿੱਤਾ ਗਿਆ। ਮੈਂ ਹੁਣੇ ਹੀ ਪੁੱਛਣ ਲੱਗਾ ਸੀ ਵੀ ਉਹਨਾਂ ਬਾਰੇ ਵੀ ਕੁਝ ਕਹੋ, ਆਲਮ ਸਾਹਿਬ ਬਾਰੇ। ਗੁਰਦਾਸ ਰਾਮ ਆਲਮ ਜੀ ਹੋਣਾ ਨੂੰ ਆਲਮ ਦਾ ਖਿਤਾਬ ਲੋਕਾਂ ਨੇ ਦਿੱਤਾ ਜੀ। ਯਾਨੀ ਉਹਨਾਂ ਨੂੰ ਕੋਈ ਇਹੋ ਜਿਹੇ ਅੱਛੇ ਕੰਮ ਕੀਤੇ ਹੋਣਗੇ ਤਾਂ ਉਹਨਾਂ ਨੂੰ ਆਲਮ ਦਾ ਖਿਤਾਬ ਮਿਲਿਆ ਸੀ। ਬਹੁਤ ਅੱਛੇ ਉਹਨਾਂ ਦਾ ਖਿਤਾਬ ਮਿਲਿਆ ਸੀ। ਤੇ ਮੈਂ ਆਪਣੀ ਕੌਮ ਨੂੰ ਵੀ ਇਹ ਚੀਜ਼ ਦੁਬਾਰਾ ਯਾਦ ਕਰਾਉਣਾ ਕਿ ਇਹੋ ਜਿਹਾ ਬਣ ਕੇ ਜਾਓ ਕਿ ਜਿਹੜੇ ਸਾਨੂੰ ਸਾਡੀ ਕੌਮ ਦੇ ਵਿੱਚ ਹੀ ਨਹੀਂ ਜੀਣ ਦਿੰਦੇ, ਉਹ ਜਾਨੀ ਦੁਨੀਆਂ ਦੇ ਵਿੱਚ ਵੀ ਆਪਣਾ ਨਾਂ ਕਰਕੇ ਗਏ ਆ। ਬਿਲਕੁਲ ਬਿਲਕੁਲ, ਹਾਂਜੀ। ਤੇ ਬਸ ਇੰਨਾ ਹੀ ਕਹਿੰਦਾ ਹੋਇਆ ਮੋਹਨ ਲਾਲ ਜੀ ਹੁਣਾਂ ਨੂੰ ਮੈਂ ਫਿਰ ਸ਼ਰਧਾਂਜਲੀ ਭੇਟ ਕਰਦਾ ਆ।
ਤੇ ਜੈ ਗੁਰਦੇਵ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਨਾਈਸ। ਮੈਂ ਆਲਮ ਸਾਹਿਬ ਉਹਨਾਂ ਦਾ ਤੁਹਾਨੂੰ ਚੇਤਾ ਕਰਾਉਣਾ ਚਾਹੁੰਦਾ ਸੀ। ਉਹ ਬੇਸ਼ੱਕ ਸਾਡੇ ਕੋਲੋਂ ਪਿਆਰੇ ਦਰਸ਼ਕੋ ਚਲੇ ਗਏ, ਪਰ ਉਹ ਹਾਲੇ ਵੀ ਸਾਡੇ ਕੋਲ ਹਨ। ਉਹਨਾਂ ਦੀਆਂ ਕਵਿਤਾਵਾਂ, ਰਚਨਾਵਾਂ, ਸਾਰੀਆਂ ਰਚਨਾਵਾਂ ਔਰ ਕਵਿਤਾਵਾਂ ਵੀ ਬੜੀਆਂ ਜੋਸ਼ੀਲੀਆਂ। ਇਹ ਮੈਂ ਫੋਟੋ ਬਾਰੇ ਦੱਸਾਂਗਾ, ਇਹਦੇ ਬਾਰੇ ਵੀ 1 ਮਿੰਟ 'ਚ ਬਾਅਦ 'ਚ। ਔਰ ਪਿਆਰੇ ਦਰਸ਼ਕੋ ਟਾਈਮ ਇੰਨਾ ਨਹੀਂ ਰਹਿ ਗਿਆ। ਉਹਨਾਂ ਨੇ ਜਿਸਲੇ ਹੱਕ ਸੈਂਟਰ ਕੰਮ ਕਰਦੇ ਸੀਗੇ ਤਾਂ ਵਾਰਿਕ ਯੂਨੀਵਰਸਿਟੀ ਦੇ ਵਿੱਚੋਂ ਉਹਨਾਂ ਨੇ MA ਸੋਸ਼ੀਓਲੋਜੀ ਕੀਤੀ ਸੀ, ਔਰ ਉੱਥੇ ਦੀ ਇਹ ਪਿਕਚਰ ਹੈਗੀ ਹੈ। ਹਾਂਜੀ, ਤੁਸੀਂ ਕੁਝ ਕਹਿਣਾ ਹੈ? ਹਾਂਜੀ, ਬਸ ਹੁਣ ਤਾਂ ਟਾਈਮ ਹੋ ਗਿਆ। ਇਹੀ ਹੈ ਕਿ ਸਾਰੇ ਦਰਸ਼ਕਾਂ ਨੂੰ ਮੈਂ ਰਿਕੁਐਸਟ ਕਰਦਾ, ਉਹਨਾਂ ਨੂੰ ਧੰਨਵਾਦ ਵੀ ਕਰਦਾ ਕਿ ਸਾਡਾ ਇੱਦਾਂ ਹੀ ਸਾਥ ਦਿੰਦੇ ਰਹੋ। ਨੈਕਸਟ ਵੀਕ ਕੇ ਫਿਰ ਮਿਲਾਂਗੇ ਬਿਲਕੁਲ ਅਗਲੇ ਥਰਸਡੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ। ਤੇ ਮੇਰੇ ਵੱਲੋਂ ਤਾਂ ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਮੇਰੇ ਵੱਲੋਂ ਵੀ ਇੱਕ ਦਫਾ ਫਿਰ ਮੋਹਨ ਲਾਲ ਨੂੰ, ਆਪਣੇ ਸਾਥੀ ਨੂੰ, ਕਾਮਰੇਡ ਨੂੰ ਤਨੋਂ ਮਨੋਂ ਸ਼ਰਧਾਂਜਲੀ ਭੇਂਟ ਕਰਦਾ ਹਾਂ। ਜਿਨ੍ਹਾਂ ਸਾਥੀਆਂ ਨੇ ਟੈਲੀਫੋਨ ਕਰਕੇ ਹਿੱਸਾ ਲਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ।